ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਤਿਓ, ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਹੇ ਹਾਂ। ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ 13 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਇਲੈਕਸ਼ਨਜ਼ ਉਸ ਦੀ ਨੂੰ ਲੈ ਕੇ 13 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਹਰ 2 ਸਾਲਾਂ ਬਾਅਦ ਜਿਹੜੀਆਂ ਇਲੈਕਸ਼ਨਜ਼ ਹੁੰਦੀਆਂ ਉਸ ਦੇ ਲਈ ਇੱਕ ਵਾਰੀ ਫਿਰ ਇਹ ਜਿਹੜਾ ਦਿਨ ਮੁਕਰਰ ਕੀਤਾ ਗਿਆ ਆ। ਅਤੇ ਇਸ ਦਿਨ ਸਵੇਰੇ 8 ਤੋਂ ਰਾਤ 8 ਵਜੇ ਤੱਕ ਜਿਹੜੀਆਂ ਇਲੈਕਸ਼ਨਜ਼ ਵੋਟਾਂ ਜਿਹੜੀਆਂ ਉਸ ਦਿਨ ਪੈਣੀਆਂ ਆ। ਇਸ ਵਾਰੀ ਗੁਰਦੁਆਰਾ ਸਾਹਿਬ ਫਰੀਮੌਂਟ ਦੀਆਂ ਇਲੈਕਸ਼ਨਜ਼ ਦੇ ਵਿੱਚ 3 ਸਲੇਟਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ। ਮੌਜੂਦਾ ਕਮੇਟੀ ਦੇ ਜਿਹੜੇ ਮੈਂਬਰ ਸਿੱਖ ਪੰਚਾਇਤ ਸਲੇਟ ਉਹ, ਉਸ ਦੇ ਨਾਲ ਬੇ ਏਰੀਆ ਸਿੱਖ ਅਲਾਇੰਸ ਜਿਹੜੀ ਸਲੇਟ ਆ ਉਹ, ਅਤੇ ਨਾਲ ਪੰਥਕ ਸਲੇਟ ਜਸਵਿੰਦਰ ਸਿੰਘ ਜੰਡੀ, ਉਹਨਾਂ ਦੇ ਵੱਲੋਂ ਜਿਹੜੀ ਆਪਣੀ ਜਿਹੜੀ ਸਲੇਟਾਂ ਲੈ ਕੇ ਉਹ ਹਾਜ਼ਰ ਹੋਏ ਨੇ ਉਹ ਵੀ। ਅਤੇ ਇਸ ਵਾਰੀ ਜਿਹੜੀਆਂ ਇਲੈਕਸ਼ਨ ਦੇ ਵਿੱਚ 3 ਸਲੇਟਾਂ ਨੇ। ਅਤੇ ਇਸ ਵਾਰੀ ਹੁਣ ਇਸ ਟਾਈਮ ਮੌਕੇ ਦੇ ਉੱਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਸਿੱਖ ਪੰਚਾਇਤ ਸਲੇਟ ਦੇ ਜਿਹੜੇ ਕੁਛ ਨੁਮਾਇੰਦੇ ਆ ਉਹ ਮਿਲ ਬੈਠੇ ਨੇ। ਉਹ ਜਿਹੜੇ ਆ ਕੇ ਆਪਣੇ ਵਿਚਾਰ ਜਿਹੜੇ ਆ ਤੁਹਾਡੇ ਸਾਰੇ ਸੰਗਤਾਂ ਦੇ ਨਾਲ ਸਾਂਝੇ ਕਰਨ ਦੇ ਲਈ ਹਾਜ਼ਰ ਹੋਏ ਨੇ। ਅਤੇ ਮੈਂ ਸਭ ਤੋਂ ਪਹਿਲਾਂ ਸਵਾਗਤ ਕਰਦਾ ਹਾਂ ਸਰਦਾਰ ਰਾਮ ਸਿੰਘ ਹੁਣਾਂ ਦਾ ਅਤੇ ਨਾਲ ਸਰਦਾਰ ਜਸਜੀਤ ਸਿੰਘ ਹੁਣਾਂ ਦਾ। ਉਹ ਇਸ ਟਾਈਮ ਸਟੂਡੀਓ ਦੇ ਵਿੱਚ ਮੌਜੂਦ ਨੇ। ਦੋਨਾਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਗੱਲਬਾਤ ਦਾ ਸਿਲਸਿਲਾ ਆਪਾਂ ਰਾਮ ਸਿੰਘ ਜੀ ਆਪ ਜੀ ਦੇ ਨਾਲ ਸ਼ੁਰੂ ਕਰਦੇ ਹਾਂ। ਸਿੱਖ ਪੰਚਾਇਤ ਦਾ ਕਨਸੈਪਟ ਤੁਸੀਂ ਪਿਛਲੀ ਵਾਰੀ ਜਿਹੜਾ ਹੈ ਉਹ ਲੈ ਕੇ ਆਏ, ਪਿਛਲੀਆਂ ਇਲੈਕਸ਼ਨਸ ਦੇ ਵਿੱਚ ਲੈ ਕੇ ਆਏ। ਉਸ ਤੋਂ ਪਹਿਲਾਂ ਜਿਹੜਾ ਮਾਹੌਲ ਆ ਉਹ ਕਾਫੀ ਇੱਦਾਂ ਕਹਿ ਲਓ ਵੀ ਬਹੁਤ ਜ਼ਿਆਦੀਆਂ ਧੜੇਬੰਦੀਆਂ, ਬੜੇ ਵੱਖ-ਵੱਖ ਜਿਹੜੇ ਆ ਉਹ ਵਿਚਾਰਾਂ ਦੇ ਨਾਲ ਜਿਹੜੇ ਜੀ ਹੋਏ ਸੀ। ਸਾਰੇ ਜਾਣੇ ਕਹਿੰਦੇ ਤਾਂ ਅਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਹੀ ਕਰਨੀ ਸੀ, ਪਰ ਵਿਚਾਰ ਬਹੁਤ ਜਾਂ ਤਰੀਕੇ ਕਹਿ ਲਓ ਬਹੁਤ ਵੱਖ-ਵੱਖ ਸੀ, ਧੜੇਬੰਦੀਆਂ ਬਹੁਤ ਸੀ। ਅਤੇ ਫਿਰ ਸਿੱਖ ਪੰਚਾਇਤ ਦਾ ਤੁਸੀਂ ਕਨਸੈਪਟ ਜਿਹੜਾ ਕੁਛ ਲੈ ਕੇ ਆਏ, ਇਸ ਦਾ ਕਿਸ ਤਰੀਕੇ ਦੇ ਨਾਲ ਗੱਲ ਬਣੀ? ਸਭ ਤੋਂ ਪਹਿਲਾਂ ਭਾਈ ਜੀ ਮੇਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅਤੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦਾ ਬਹੁਤ ਅਸੀਂ ਧੰਨਵਾਦੀ ਹਾਂ ਕਿ ਉਹ ਇਸ ਜਿਹੜਾ ਵੀ ਸਬਜੈਕਟ ਅਸੀਂ ਵਿਸ਼ਾ ਅੱਜ ਡਿਸਕਸ ਕਰਨਾ ਬਹੁਤ ਹੀ ਮਹੱਤਵਪੂਰਨ ਆ, ਕਿਉਂਕਿ ਇਹ ਗੁਰਦੁਆਰਾ ਸਾਹਿਬ, ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ 7 ਕਾਉਂਟੀਆਂ ਆ, ਤਾਂ ਕਾਫੀ ਲੰਮਾ ਚੌੜਾ ਇਹ ਏਰੀਆ ਜੋ ਕੁਛ ਵੀ ਕੁਛ ਚੱਲ ਰਿਹਾ। ਅਸੀਂ ਚਾਹੁੰਦੇ ਹਾਂ ਵੀ ਜਿਹੜੇ ਵੀ ਵੋਟਰ ਆ ਉਹ ਪਿਛਲੀ ਜਿਹੜੀ ਕਮੇਟੀ ਸੀ, ਪਿਛਲੇ ਪ੍ਰਬੰਧਕ ਸੀਗੇ, ਉਹਨਾਂ ਦੇ ਜੋ ਵੀ ਕੀਤੇ ਕੰਮ ਆ ਉਹਨਾਂ ਵੱਲ ਨਿਗਾਹ ਮਾਰਨ। ਉਹਨਾਂ ਨੂੰ ਸਾਡਾ ਇਹ ਇੱਕ ਆਬਜੈਕਟਿਵ ਆ। ਦੂਸਰਾ ਇਹ ਆ ਵੀ ਤੋਂ ਆਪਣੇ ਸੁਝਾਅ ਥੋੜ੍ਹਾ ਬਹੁਤਾ ਇਨਵੋਲਵ ਹੋਣ। ਅਸੀਂ ਜਾਣਦੇ ਹਾਂ ਵੀ ਸਾਰੀ ਜਿਹੜੀ ਹੈਗੀ ਸੰਗਤ ਉਹ ਹਰੇਕ ਸੰਡੇ ਉੱਥੇ ਆਉਂਦੀ ਨਹੀਂ, ਪਰ ਫਿਰ ਵੀ ਅਸੀਂ ਜੋ ਕੁਛ ਵੀ ਉੱਥੇ ਹੁੰਦਾ ਆ, ਜਾਂ ਪਿਛਲੇ 2-4 ਸਾਲਾਂ 'ਚ ਜਿਹੜਾ ਤੁਸੀਂ ਪੰਚਾਇਤ ਦਾ ਕਨਸੈਪਟ ਆ ਜਿਹੜਾ ਇਹਦੇ ਬਾਰੇ ਥੋੜ੍ਹਾ ਜਿਹਾ ਮੈਨੂੰ ਖੁਸ਼ੀ ਹੋ ਰਹੀ ਆ ਕਿ ਇਹਦੇ ਬਾਰੇ ਦੱਸਣ ਦੀ। ਉਹਦਾ ਕਾਰਨ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਇਹ ਆ ਵੀ ਲੋਕ ਜਿਹੜੇ ਪੁਰਾਣੇ ਲੋਕ ਆ ਉਹ ਸਾਰੇ ਜਾਣਦੇ ਆ ਕਿ ਗੁਰਦੁਆਰਾ ਸਾਹਿਬ ਪਿਛਲੇ ਸਮਿਆਂ ਵਿੱਚ ਬਹੁਤ ਜ਼ਿਆਦਾ ਇੱਥੇ ਟੈਨਸ਼ਨ ਰਹੀ ਆ। ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਕਾਫੀ ਲੜਾਈ ਝਗੜਾ ਵੀ ਹੁੰਦਾ ਰਿਹਾ ਅਤੇ ਇਲੈਕਸ਼ਨਾਂ ਹੁੰਦੀਆਂ ਸੀ। ਐਕਚੁਅਲੀ ਇਹਦਾ ਜਿਹੜਾ ਸੰਵਿਧਾਨ ਹੁਣ ਚੱਲ ਰਿਹਾ ਉਸ ਸੰਵਿਧਾਨ ਦੇ ਮੁਤਾਬਕ 88 ਤੋਂ ਲੈ ਕੇ 96 ਤੱਕ ਕੋਈ ਇਲੈਕਸ਼ਨ ਨਹੀਂ ਸੀ। ਇਹ ਸਿਰਫ 5 ਸਿੰਘਾਂ ਦਾ ਸੀਗਾ। ਫਿਰ ਸ਼ੁਰੂਆਤ ਸਰਬਸੰਮਤੀ ਕਹਿ ਲਓ, ਗੁਰਮਤਾ ਕਹਿ ਲਓ, ਇਸ ਤਰੀਕੇ ਨਾਲ ਉਸ ਇਲੈਕਸ਼ਨ ਹੋ ਜਾਂਦੀ। ਪਰ 96 ਦੇ ਵਿੱਚ ਪਹਿਲੀ ਇਲੈਕਸ਼ਨ ਹੋਈ, ਕਮੇਟੀ ਬਣੀ। ਉਹ ਤੋਂ ਬਾਅਦ ਫਿਰ ਜਿਹੜੀ ਅਗਲੀ ਇਲੈਕਸ਼ਨ ਸੀ ਉਹ 2005 'ਚ ਹੋਈ। ਅਤੇ ਉਦੋਂ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਦੂਜੀ ਨਹੀਂ ਸੀ ਆਪਣੀ ਮਿਆਦ। ਉਹ ਤੋਂ ਬਾਅਦ ਫਿਰ 2006 'ਚ 2 ਸਾਲਾ ਮਿਆਦ ਬਣੀ ਜੀ। ਅੱਛਾ, ਉਹ ਤੋਂ ਬਾਅਦ ਫਿਰ ਦੋਹਾਂ ਗਰੁੱਪਾਂ ਦੀਆਂ ਅਲੱਗ-ਅਲੱਗ ਕਮੇਟੀਆਂ ਆਈਆਂ ਅਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਾਨੂੰ ਮਹਿਸੂਸ ਹੋਈ, ਜਿਸ ਤਰੀਕੇ ਨਾਲ ਸਿਸਟਮ ਸੈੱਟ ਆ ਜੀ, ਉਹਦੇ ਵਿੱਚ ਇਹ ਆ ਕਿ 5 ਸਿੰਘ ਜਿਹੜੇ ਉਹ ਚੁਣੇ ਜਾਂਦੇ ਆ, ਸੰਗਤ ਉਹਨਾਂ ਨੂੰ ਚੁਣਦੀ ਆ, ਉਹਨੂੰ ਸੁਪਰੀਮ ਕੌਂਸਲ ਕਹਿੰਦੇ ਆ ਜੀ। ਅਤੇ ਉਹ ਸੁਪਰੀਮ ਕੌਂਸਲ ਦੇ ਬਾਅਦ ਵਿੱਚ 11 ਮੈਂਬਰਾਂ ਦੀ ਕਮੇਟੀ ਬਣਾਉਂਦੇ ਜੀ। ਉਹ ਜਿਹੜੀ ਕਮੇਟੀ ਆ ਉਹਨੂੰ ਤੁਸੀਂ ਕਹਿ ਸਕਦੇ ਆ ਵੀ ਕਾਰਜਕਾਰੀ ਕਮੇਟੀ, ਪ੍ਰਧਾਨ ਹੁੰਦਾ, ਸੈਕਟਰੀ ਵਗੈਰਾ ਅਤੇ ਟਰੇਜਰਰ, ਉਹ ਕੰਮ ਚਲਾਉਂਦੇ ਆ ਜੀ। ਅੱਛਾ, ਹੁਣ ਇਹਦੇ ਵਿੱਚ ਹੁੰਦਾ ਕੀ ਆ ਵੀ ਅਸੀਂ ਦੋਹੇ ਜੇ ਤੁਸੀਂ ਕਹੋ ਨਾ ਦੋਹਾਂ ਗਰੁੱਪਾਂ ਦੇ ਵਿੱਚ ਟੈਨਸ਼ਨ ਹੋਈ।
ਟੈਨਸ਼ਨ ਦਾ ਕਾਰਨ ਇਹ ਸੀਗਾ ਵੀ ਦੋ ਸੈਂਟਰ ਆਫ ਪਾਵਰ ਹੋ ਜਾਂਦੇ ਸੀ। ਇੱਕ ਤਾਂ ਸੁਪਰੀਮ ਕਾਉਂਸਲ, ਕਿਉਂਕਿ ਉਹ ਇਲੈਕਟਡ ਆ, ਸੋ ਦੇ ਕਲੇਮ ਦੈਟ ਕਿ ਉਹਨਾਂ ਨੂੰ ਤਾਂ ਲੋਕਾਂ ਨੇ ਚੁਣਿਆ ਹੈ ਨਾ, ਸਾਡਾ ਹੱਕ ਆ, ਉਹਨਾਂ ਦੇ ਕੋਲ ਪਾਵਰ ਆ, ਸੋ ਉਹਨਾਂ ਨੂੰ ਮਤਲਬ ਦੇ ਸ਼ੁਡ ਕਾਲ ਦਾ ਸ਼ਾਟਸ, ਰਾਈਟ, ਤੇ ਉਹਨਾਂ ਨੂੰ ਫੈਸਲੇ ਕਰਨ ਦਾ ਅਧਿਕਾਰ ਹੋਣਾ ਚਾਹੀਦਾ। ਦੂਜੇ ਪਾਸੇ ਸੀ ਵੀ ਜਿਹੜੀ ਉਹ ਕਮੇਟੀ ਬਣਾਉਂਦੇ ਸੀਗੇ, ਕਿਉਂਕਿ ਉਹ ਆਪ ਚੁਣਦੇ ਸੀ ਤਾਂ ਉਹਦਾ ਨਾਂ ਹੀ ਇੱਦਾਂ ਸੀਗੇ, ਪ੍ਰਧਾਨ, ਸਕੱਤਰ, ਟ੍ਰੈਜਰਰ, ਇਹਨੂੰ ਕਹਿੰਦੇ ਸੀਗੇ ਵੀ ਕਾਰਜਕਾਰੀ ਕਮੇਟੀ। ਉਹ ਕਹਿੰਦੇ ਕੰਮ ਇਹ ਸਾਡਾ ਆ, ਅਸੀਂ ਕਰਾਂਗੇ। ਸੋ ਅਸੀਂ 4 ਸਾਲ ਇਹ ਸਿਚੁਏਸ਼ਨ ਰਹੀ ਵੀ ਬਹੁਤ ਜ਼ਿਆਦਾ ਟੈਨਸ਼ਨ ਹੋਈ ਕਿਸ ਤਰੀਕੇ ਨਾਲ, ਬਹੁਤ ਇੱਕ ਤਰੀਕੇ ਨਾਲ ਫਾਲਟ ਲਾਈਨ ਸੀਗੀ ਇਹ ਵੀ ਹੂ ਇਜ਼ ਇਨ ਚਾਰਜ, ਕਿਹੜਾ ਉਹ ਕੌਣ ਕਰੇ ਤੇ ਅਕਾਊਂਟੇਬਿਲਟੀ ਕਿਹਦੀ ਹੋਵੇ, ਹੈ ਨਾ। ਸੋ ਜਦੋਂ ਐਕਚੁਅਲੀ ਇਹ 2012 ਤੋਂ ਬਾਅਦ ਐਕਚੁਅਲੀ ਇਲੈਕਸ਼ਨਾਂ ਤੋਂ ਪਹਿਲਾਂ ਹੀ ਕੁਛ 6 ਮਹੀਨੇ ਪਹਿਲਾਂ ਇਹ ਪ੍ਰੋਸੈਸ ਕੁਛ ਆਪਣੇ ਸਿਆਣੇ ਸਿੰਘਾਂ ਨੇ, ਗੁਰਮੁਖਾਂ ਨੇ ਉਹਨੇ ਸ਼ੁਰੂ ਕੀਤਾ ਜੀ। ਪਹਿਲਾਂ ਤਾਂ ਇਹੀ ਸੀ ਬੜਾ ਪੋਸੀਬਲ ਵੀ ਦੋਏ ਧਿਰਾਂ ਇੱਕ ਦੂਜੇ ਦੇ ਨੇੜੇ ਹੋ ਕੇ ਬੈਠ ਨਹੀਂ ਸਕਦੀਆਂ, ਇਕੱਠੇ ਹੋ ਕੇ ਬੈਠ ਨਹੀਂ ਸਕਦੀਆਂ। ਸਾਨੂੰ ਵੀ ਜਦੋਂ ਕੋਈ ਗੱਲ ਕਹਿੰਦਾ ਸੀਗਾ ਅਸੀਂ ਕਹਿੰਦੇ ਨੋ ਇਟਸ ਨਾਟ ਪੋਸੀਬਲ। ਪਰ ਐਨੀਵੇ ਚਲੋ ਜਦੋਂ ਬੈਠ ਕੇ ਅਸੀਂ ਬੈਠੇ, ਹੌਲੀ ਹੌਲੀ ਗੱਲਬਾਤ ਕਰਦਿਆਂ ਪਹਿਲਾਂ ਤਾਂ ਇਹ ਸੀ ਕਿ ਵੀ ਕੀ ਇਹਦੀ ਲੋੜ ਹੈ, ਕੀ ਇਹਦਾ ਕੁਛ ਬਣ ਸਕਦਾ ਹੈ। ਫਿਰ ਚਲੋ ਘੱਟ ਤੋਂ ਘੱਟ ਜਿਹੜੀਆਂ ਇੰਨੀ ਐਕਸਪੈਕਟੇਸ਼ਨਸ ਵੀ ਨਹੀਂ ਸੀ, ਆਸ ਇਹ ਸੀ ਵੀ ਚਲੋ ਲੈਟਸ ਟਾਕ, ਹੈ ਨਾ ਜੀ, ਗੱਲਬਾਤ ਕਰੀਏ। ਆਪਾਂ ਇਸ ਗੱਲ ਨਾਲ ਤਾਂ ਸਾਰੇ ਹੀ ਸਹਿਮਤ ਸੀਗੇ ਵੀ ਇੱਥੇ ਅਮਨ ਚਾਂਦ ਹੋਣਾ ਚਾਹੀਦਾ, ਗੁਰਦੁਆਰਾ ਕੋਈ ਲੜਾਈ ਦੀ ਜਗ੍ਹਾ ਨਹੀਂ, ਕੋਈ ਬੰਨਣਾ ਨਹੀਂ, ਹੈ ਨਾ ਜੀ, ਕੋਈ ਮਤਲਬ ਬੰਨੇ ਦਾ ਜ਼ਮੀਨ ਦਾ ਝਗੜਾ ਨਹੀਂ ਹੈਗਾ ਵੀ। ਤੇ ਦੂਜਾ ਇਹ ਥੋੜਾ ਜਿਹਾ ਇਹ ਵੀ ਸੀਗਾ ਵੀ ਪੰਥਕ ਸੀਗੀਆਂ ਦੋਵੇਂ ਧਿਰਾਂ, ਮਤਲਬ ਕਿਸੇ ਵੀ ਹੱਦ ਤੱਕ ਕੋਈ ਵੱਧ ਕੋਈ ਘੱਟ, ਪਰ ਇਹ ਜ਼ਰੂਰ ਸੀਗੀ ਵੀ ਜਿਹੜਾ ਪੰਥ ਦਾ ਭਲਾ ਜਾਂ ਆਪਣੇ ਪਿੱਛੇ ਸਿੱਖੀ ਦੀ ਮਤਲਬ ਉੱਨਤੀ ਲਈ, ਨਵੇਂ ਬੱਚਿਆਂ ਨੂੰ ਸਿੱਖੀ ਵੱਲ ਨੂੰ ਮੋੜ ਲਈ, ਇਹਨਾਂ ਸਾਰਿਆਂ ਮਤਲਬ ਉੱਥੇ ਅਸੀਂ ਮੁਤਫਿਕ ਸੀ, ਵੀ ਆਲ ਐਗਰੀਡ, ਉਸ ਕੰਸੈਂਸਸ ਸੀਗਾ ਇਹਦੇ ਬਾਰੇ। ਫਿਰ ਚੱਲਦਾ ਰਿਹਾ। ਫਿਰ ਇਹ ਹੋਇਆ ਗੱਲ ਵੀ ਪ੍ਰੋਬਲਮ ਜਿਹੜੀ ਆ ਜੇ ਪੁਰਾਣੇ ਬੰਦਿਆਂ ਦੀ, ਫਿਰ ਹੁਣ ਦੇਖੋ ਕੌਣ ਹੁਣ ਚੌਧਰੀ ਬਣੂਗਾ, ਕਿਹੜਾ ਬੰਦਾ ਰਨ ਕਰੂਗਾ ਇਲੈਕਸ਼ਨ ਲਈ, ਹੈ ਨਾ। ਫਿਰ ਸਿਆਣੀ ਗੱਲ ਇਹ ਹੋਈ ਵੀ ਕਿਸੇ ਨੇ ਸੁਜੈਸ਼ਨ ਆਇਆ ਇਹ ਵੀ ਜਿਹੜੇ ਬੰਦੇ ਪੁਰਾਣੇ ਆ, who have already served over the years ਸੁਪਰੀਮ ਕਾਉਂਸਲ ਦੇ ਵਿੱਚ, ਚਲੋ ਸੁਪਰੀਮ ਕਾਉਂਸਲ ਦਾ ਰੱਖ ਲਏ ਨੇ, ਜੇ ਸੁਪਰੀਮ ਕਾਉਂਸਲ ਜਿਨ੍ਹਾਂ ਨੇ ਕਰ ਲਈ ਸੇਵਾ ਉਹ ਪਿੱਛੇ ਬੈਠਣ ਜੀ, ਉਹ ਦੁਬਾਰਾ ਇਲੈਕਸ਼ਨਾਂ ਦੇ ਵਿੱਚ ਖੜੇ ਨਾ ਹੋਣ, ਤੇ ਸਾਡੀ ਜਿਹੜੀ ਨਵੀਂ ਪੀੜ੍ਹੀ ਆ, ਪੜ੍ਹੇ ਲਿਖੇ ਜਵਾਨ ਜਿਹੜੇ ਨੌਜਵਾਨ ਆ, ਜਿਹੜੀ ਸਮੇਂ ਦੀ ਹਾਣੀ ਆ, ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ, ਜਿਹੜੇ ਬੱਚਿਆਂ ਦੇ ਨਾਲ ਨਵੀਂ ਜਨਰੇਸ਼ਨ ਨਾਲ ਕਨੈਕਟ ਹੋ ਸਕਦੇ ਆ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ। ਇੱਕ ਤਾਂ ਆਊਟਲੁੱਕ, ਉਹਨਾਂ ਦਾ ਵੇ ਆਫ ਥਿੰਕਿੰਗ ਆ, ਉਹਦੇ ਵਿੱਚ ਟੈਕਨੋਲੋਜੀ ਦੀ ਐਕਸਪਰਟੀਜ਼ ਹੈਗੀ ਆ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ। ਕਿ ਜਿੱਦਾਂ ਹੁਣ ਅਸੀਂ ਆ ਵੀ ਜਦੋਂ ਆਪਣੇ ਵੀ ਨਿਆਣੇ ਸਾਡੇ ਹੁਣ 12-14 ਸਾਲਾਂ ਦੇ ਹੋ ਜਾਂਦੇ ਆ ਵੀ ਉਹ ਗੁਰਦੁਆਰੇ ਜਾਣੋਂ ਵੀ ਹਟ ਜਾਂਦੇ ਆ। ਸੋ ਕਨੈਕਸ਼ਨ ਜਿਹੜਾ ਨਾ ਉਸੇ ਵੇਵਲੈਂਥ ਤੇ ਹੁੰਦਾ, ਕਮਿਊਨੀਕੇਸ਼ਨ ਨਹੀਂ ਹੁੰਦੀ। ਜਦੋਂ ਕਮਿਊਨੀਕੇਸ਼ਨ ਟੁੱਟ ਜਾਂਦੀ ਯੂ ਕੈਂਟ ਗੈਟ ਇਨਵੋਲਵਡ, ਰਾਈਟ ਜੀ। ਸੋ ਇਹ ਜਿਹੜਾ ਖਾਸ ਤੱਤ ਇਹ ਸੀਗਾ ਵੀ ਇਹਦੇ ਨਾਲ ਕੀ ਹੋਊਗਾ, ਅਸੀਂ ਨਵਾਂ ਥਾਟ ਯੰਗ ਲੋਕਾਂ ਨੂੰ ਲਿਆਵਾਂਗੇ, ਉਹਦੇ ਨਾਲ ਨਵੇਂ ਆਈਡੀਆਜ਼ ਆਉਣਗੇ। ਸੋ ਅਸੀਂ ਕਿਹਾ ਵੀ ਦੂਜਾ ਇਹ ਸੀਗਾ ਵੀ ਇਹ ਗਰੁੱਪਾਂ ਤੱਕ ਨਾ ਰਹੇ। ਹੁਣ ਕੀ ਸੀਗਾ ਵੀ ਦੇਰ ਆਰ ਗਰੁੱਪਸ, ਗਰੁੱਪ ਦਾ ਮਤਲਬ ਕੌਣ ਰਨ ਕਰਦਾ, ਕੌਣ ਕਿਹਨੂੰ ਟਿਕਟ ਦਿੱਤੀ ਜਾਊਗੀ, ਉਹ ਬੰਦਾ ਜਿਹਦੇ ਕੋਲ ਸਭ ਤੋਂ ਜ਼ਿਆਦਾ ਵੋਟਸ ਹੈ। ਇਹਦਾ ਮਤਲਬ ਜੇ ਕੋਈ ਪੁਰਾਣਾ ਬੰਦਾ ਆ ਸਿੰਪਲੀ ਕਿਉਂਕਿ ਉਹ ਬਹੁਤ ਚਿਰਦੇ ਆ ਇੱਥੇ, ਉਹਦਾ ਵੱਡਾ ਪਰਿਵਾਰ ਹੈ, ਉਹਨਾਂ ਕੋਲ ਵੋਟਾਂ ਹੈ ਜੀ, ਇਹਦਾ ਮਤਲਬ ਬੰਦੇ ਇੰਟਰੈਂਚਡ ਹੋ ਜਾਂਦੇ ਸੀ। ਉਹ ਬੰਦੇ ਪੁਰਾਣੇ ਜਿਹੜੇ ਉਹ ਖਿਲਦੇ ਨਹੀਂ ਸੀਗੇ, ਥੰਮ ਬਣੇ ਸੀਗੇ। ਨਵਾਂ ਬੰਦਾ ਜਿਹੜਾ ਆਉਂਦਾ ਉਹਦੇ ਕੋਲ ਆਪਣੀ ਇੱਕ ਵੋਟ ਆ ਜਾਂ 2 ਵੋਟਾਂ, ਹੈ ਨਾ, ਤੇ ਉਦੋਂ ਕੋਈ ਚਾਂਸ ਨਹੀਂ ਸੀ। ਤੇ ਫਿਰ ਇਹ ਕਿਸ ਤਰੀਕੇ ਨਾਲ ਜਿਹੜੀ ਹੁਣ ਤੁਸੀਂ ਗੱਲ ਆਖਦੀ ਵੀ ਤੁਸੀਂ ਬੇਸਿਕਲੀ ਨੈਰੋ ਡਾਊਨ ਕਰਦਾ ਵੀ ਚੌਧਰ ਵਾਲੇ ਪਾਸੇ ਨੂੰ ਜਿਹੜੀ ਗੱਲ ਜਾ ਰਹੀ ਹੈ। ਦੇਖੋ ਅਸੀਂ ਮੈਂ ਇਹ ਕਹਿੰਦਾ ਵੀ ਅਸੀਂ ਚੌਧਰ ਨਹੀਂ ਕਰਨਾ। ਦੇਖੋ ਇਹ ਬੜੀ ਬਹੁਤ ਵੱਡੀ ਗੱਲ ਆ। ਜੇ ਕਿਸੇ ਨੇ ਕਹਿਣਾ ਹਉਮੈ ਤਾਂ ਹਉਮੈ ਸਾਹਿਬ ਗੁਰੂ ਸਾਹਿਬ ਕਹਿੰਦੇ ਵੀ ਸਾਰੇ ਚੀਜ਼ਾਂ ਦੀ ਜੜ ਆ। ਹਉਮੈ ਤੋਂ ਛੁਟਕਾਰਾ ਅਸੀਂ ਪਹਿਲੇ ਇਹ ਨਹੀਂ ਕਹਿ ਸਕਦੇ, ਪਰ ਅਸੀਂ ਇਸ ਗੱਲ ਤੇ ਮੁਤਫਿਕ ਹੋ ਗਏ। ਕਈ ਵਾਰੀ ਇਹ ਹੁੰਦਾ ਵੀ ਜੇ ਉਹ ਰਨ ਕਰਦਾ ਮੈਂ ਵੀ ਕਰਨਾ, ਤਾਂ ਆਮ ਤੌਰ ਤੇ ਇਸ ਗੱਲ ਤੇ ਅਸੀਂ ਮੁਤਫਿਕ ਹੋ ਗਏ ਵੀ ਜਿਹੜੇ ਬੰਦੇ ਸੁਪਰੀਮ ਕਾਉਂਸਲ 'ਚ ਜਿਹੜੇ ਗਾਹਾਂ ਵੀ ਰਿਟਾਇਰ ਹੋਣਗੇ ਉਹ ਇੱਕ ਤਰੀਕੇ ਨਾਲ ਇਕੱਠੇ ਆ ਜਾਣਗੇ। ਦੈਟ ਵਿਲ ਬੀ ਕਾਲਡ ਪੰਚਾਇਤ। ਪੰਚਾਇਤ ਦਾ ਐਕਚੁਅਲੀ ਬਹੁਤ ਲੋਕਾਂ ਨੇ ਇਹਦਾ ਮਜ਼ਾਕ ਉਠਾਇਆ। ਲੋਕ ਸਮਝਦੇ ਨਹੀਂ ਹੈਗੇ ਵੀ ਸਾਡੇ 'ਚ ਜਿਹੜੀ ਚੌਧਰ ਦੀ ਗੱਲ ਹੈ, ਲੜਾਈਆਂ ਚੌਧਰ ਦੀਆਂ, ਸੇਵਾ ਦੀ ਨਹੀਂ ਹੈ। ਸੇਵਾ ਇਜ਼ ਅ ਮਿਸਨੋਮਰ। ਜਿਹੜੀਆਂ ਗੁਰਦੁਆਰੇ ਦੀ ਇਲੈਕਸ਼ਨ ਵੀ ਹੋ ਰਹੀ ਆ, ਤਾਂ ਹੁਣ ਤੁਹਾਨੂੰ ਕੋਈ ਬੰਦਾ ਕਿਸੇ ਵੀ ਗੁਰਦੁਆਰੇ 'ਚ ਕੋਈ ਪ੍ਰਬੰਧਕ ਸੇਵਾ ਕਰਨ ਵਾਲੇ ਨੂੰ ਰੋਕ ਨਹੀਂ ਸਕਦਾ ਜੀ। ਸੇਵਾ ਉੱਥੇ ਲੰਗਰ ਦੀ ਹੈ, ਸੇਵਾ ਉੱਥੇ ਪਾਠ ਕਰਨ ਦੀ, ਹਰ ਤਰ੍ਹਾਂ ਦੀ ਸੇਵਾ ਆ।
ਤੁਸੀਂ ਕੋਈ, ਮੈਂ ਤਾਂ ਅੱਜ ਤੇ ਕੋਈ ਐਗਜ਼ਾਮਪਲ ਕਿਤੇ ਵੀ ਦੁਨੀਆ ਦੇ ਵਿੱਚ ਨਹੀਂ ਇੱਦਾਂ ਦੀ ਸੁਣੀ ਵੀ ਕਿਸੇ ਨੂੰ ਰੋਕਿਆ ਹੋਵੇ ਵੀ ਤੂੰ ਬਾਈ ਸੇਵਾ ਨਹੀਂ ਕਰ ਸਕਦਾ। ਸੇਵਾ ਹੈਗੀ ਚੌਧਰ ਦੀ, ਕਹਿੰਦੇ ਆਪਣੇ ਆਪ ਨੂੰ ਹੈਗੇ ਸੇਵਾਦਾਰ। ਰੌਲਾ ਹੈਗਾ ਵੀ ਮੈਂ ਪ੍ਰਧਾਨ ਦੀ ਜਿਹੜੇ ਉਹ, ਕਿਉਂਕਿ ਸੇਵਾ ਤੇ ਜਿਹੜੀ ਹਾਮੇ ਆ ਜਾਂ ਸਮਝ ਲਓ ਹੰਕਾਰ ਆ ਵੀ ਮੈਂ ਪ੍ਰਧਾਨ ਆ, ਮੈਂ ਫਲਾਨਾ, ਦੇ ਡੋਂਟ ਗੋ ਟੂਗੇਦਰ। ਇਹ ਸਾਡੀ ਸਭ ਤੋਂ ਵੱਡੀ ਸਮਝ ਲਓ ਪਈ ਬਦਕਿਸਮਤੀ ਹੈ। ਤੁਸੀਂ ਇਸੇ ਚੀਜ਼ ਨੂੰ ਫਿਰ ਦੇਖਦੇ ਹੋਏ ਵੀ ਫਿਰ ਕੋਈ ਅੱਗੇ ਕਾਰਜਕਾਰੀ ਕਮੇਟੀ ਨਹੀਂ, 5 ਜਿਹੜੇ ਮੈਂਬਰ ਆ? ਹਾਂਜੀ, ਅਸੀਂ ਪਹਿਲਾਂ ਤਾਂ ਇਹ ਕਿਹਾ ਵੀ ਨਵੇਂ ਬੰਦੇ ਮਤਲਬ ਇਹ ਆ ਵੀ ਜੇ ਤੁਸੀਂ 4 ਸਾਲ ਕਰ ਲਏ ਆ ਤਾਂ ਮੁੜ ਕੇ ਨਾ ਕਹੋ ਹੋਰ ਇੱਕ ਵਾਰੀ ਲਾ ਲਵਾਂ, ਕੋਈ ਰੱਜ ਤਾਂ ਕਦੇ ਨਹੀਂ ਆਇਆ ਨਹੀਂ। ਤੁਸੀਂ ਕਰ ਲਏ, ਯੂ ਹੈਡ ਕੰਟਰੀਬਿਊਟਡ, ਲੈਟਸ ਬ੍ਰਿੰਗ ਇਨ ਨਿਊ ਪੀਪਲ। ਤੇ ਕਿਉਂਕਿ ਹੁਣ ਅਸੀਂ, ਸਾਡਾ ਫਿਰ ਤਜਰਬਾ ਬਹੁਤ ਵਧੀਆ ਨਿਕਲਿਆ ਜੀ। ਪਹਿਲੇ ਸਾਲ 2012 ਚ ਇੱਕ ਬੰਦੇ ਨੂੰ ਅਸੀਂ ਲਿਆਂਦਾ ਜਿਹਨੂੰ ਕੋਈ ਨਹੀਂ ਸੀ ਜਾਣਦਾ, ਉਹ ਬੰਦਾ ਖੁਦ ਕਹਿੰਦਾ ਵੀ ਮੈਨੂੰ ਕੋਈ ਨਹੀਂ ਜਾਣਦਾ, ਐਂਡ ਹੀ ਵਾਜ਼ ਵੈਰੀ ਸਕਸੈਸਫੁਲ। ਉਹਦੀ ਜਿਹੜੀ ਵੇ ਆਫ ਥਿੰਕਿੰਗ ਸੀਗਾ, ਉਹਨਾਂ ਨੇ ਜੀ ਦੇਖੋ ਭਈ ਕੈਲਕੂਲਸ ਦੀਆਂ ਕਲਾਸਾਂ, ਟ੍ਰਿਗਨੋਮੈਟਰੀ ਦੀਆਂ ਕਲਾਸਾਂ ਇਹ ਉੱਥੇ ਗੁਰਦੁਆਰਾ ਚਲਾਈਆਂ, ਔਰ ਇੰਨਾ ਉਹਦਾ ਗੁੱਡ ਰਿਸਪੌਂਸ ਮੈਂ ਆਪਣੀ ਕਮਿਊਨਿਟੀ ਤੋਂ ਦੇਖਿਆ, ਬੱਚਿਆਂ ਤੋਂ ਦੇਖਿਆ ਵੀ ਇਹ ਚੀਜ਼ ਦੀ ਲੋੜ ਆ। ਤੇ 2-2, 3-3 ਪਹਿਲਾਂ ਕਲਾਸਾਂ ਉਹਨਾਂ ਨੇ ਲਾਈਆਂ। ਸੋ ਇਹ ਜਿਹੜੀਆਂ ਨਾ ਕਹਿ ਦੇਣਾ ਕੋਈ, ਹੁਣ ਸਾਡੇ ਕੀ ਹੋ ਰਿਹਾ ਵੀ ਇਸ ਵੇਲੇ 2 ਸਲੇਟਾਂ ਜਿਹੜੀਆਂ ਖੜੀਆਂ ਆ ਜੀ, ਮਾਫ ਕਰਨਾ ਵੀ ਮੈਂ ਇਹ ਕਹੂੰਗਾ ਵੀ ਉਹਨਾਂ ਦੀ, ਚਾਹੇ ਉਹ ਮੈਨੀਫੈਸਟੋ ਤੁਸੀਂ ਦੇਖ ਲਓ ਉਹਨਾਂ ਦਾ, ਚਾਹੇ ਉਹਨਾਂ ਦੀਆਂ ਪ੍ਰਾਪਤੀਆਂ ਦੇਖ ਲਓ, ਉਹ ਸਾਰੀਆਂ ਹੀ ਪੰਚਾਇਤ ਸਲੇਟ ਦੇ ਨਾਲ ਮਿਲਦੀਆਂ ਜੀ। ਤੇ ਉਹਨਾਂ ਸਾਰਿਆਂ ਨੇ ਉਹ ਸਭ ਕੁਝ ਕਲੇਮ ਕਰ ਲਿਆ ਜਿਹੜਾ 25 ਸਾਲਾਂ 'ਚ ਗੁਰਦੁਆਰਾ ਸਾਹਿਬ ਹੋਇਆ ਜੀ। ਮਤਲਬ ਇਹ ਕੋਈ ਸੇਵਾਦਾਰਾਂ ਵਾਲੀ ਗੱਲ ਨਹੀਂ ਹੈਗੀ। ਸੇਵਾਦਾਰਾਂ ਦੀ ਗੱਲ ਇਹ ਹੁੰਦੀ ਹੈ, ਜੇ ਕਿਤੇ ਚੌਧਰ ਦਾ ਹੈ, ਹੁਣ ਆਪਾਂ ਕਹਿੰਦੇ ਹਿਸਟਰੀ ਆਪਣੀ ਦੇਖੀਏ ਤੇ ਨਿਮਰਤਾ, ਸਾਡੇ ਧਰਮ ਵਿੱਚ ਨਿਮਰਤਾ ਨੂੰ ਸਭ ਤੋਂ ਵੱਡੀ ਜਿਹੜੀ ਇਹ ਉੱਚੀ ਥਾਂ ਦਿੱਤੀ ਜਾਂਦੀ ਹੈ, ਨਾ ਕਿ ਚੌਧਰ ਨੂੰ। ਜੇ ਤੁਸੀਂ ਇੱਕ ਵਾਰੀ ਚੌਧਰ ਕਰ ਲਿਓ, ਫਿਰ ਸਿਰਫ ਪੰਚਾਇਤ ਦਾ ਇਹੀ ਸੀਗਾ ਵੀ ਤੁਸੀਂ ਹੁਣ ਪਿੱਛੇ ਬੈਠੋ, ਇਹਨਾਂ ਦੀ ਹੱਲਾਸ਼ੇਰੀ ਦੇ ਜੀ। ਤੇ ਹੋਇਆ ਕਿ ਉਹਦੇ ਵਿੱਚ ਹੁਣ ਘੱਟੋ ਘੱਟ ਜੀ ਸਾਡੇ ਕੋਲ 7-8 ਆ, ਮੈਂ ਆ, ਭਾਈ ਗੁਰਮੀਤ ਸਿੰਘ ਜੀ ਹੈਗੇ ਆ, ਸਾਡੇ ਹੰਸਰਾ ਸਾਹਿਬ ਹੈਗੇ ਆ, ਹੁਣ ਨਵੇਂ 2 ਜਿਹੜੇ ਰਿਟਾਇਰ ਹੋਏ ਆ ਉਹਨਾਂ ਦੇ ਵਿੱਚ ਹੈਗੇ ਆ, ਕੁਲਜੀਤ ਸਿੰਘ ਹੈਗਾ ਪਿੱਛੋਂ, ਤਾਰਾ ਸਿੰਘ ਜੀ ਹੈਗੇ। ਸੋ ਬਹੁਤ ਸਾਰੇ ਜਿਹੜੇ ਸਿੰਘ ਉਹ ਤਾਂ ਬੈਠੇ ਆ ਪੰਚਾਇਤ ਵਿੱਚ। ਹੁਣ ਪ੍ਰੋਬਲਮ ਇਹਨਾਂ ਨੂੰ ਕੀ ਹੋਈ, ਬਹੁਤਾ ਤਾਂ ਕਈ ਉਹ ਜਿਹੜੇ ਬੰਦੇ ਸੀ ਜਿਨ੍ਹਾਂ ਨੂੰ ਸੀਗਾ ਵੀ ਹੁਣ ਸਾਡੀ ਚੌਧਰ ਖਤਮ, ਇਹ ਜੀ ਇਹ ਜਿਹੜਾ ਤੁਸੀਂ ਕੀਤਾ ਇਹ ਠੀਕ ਨਹੀਂ। ਮੈਂ ਕੀ ਨਹੀਂ ਠੀਕ, ਦੇਖੋ ਉਹਦੇ ਜੀ ਤੁਸੀਂ ਵਿਧਾਨ ਦੀ ਉਲੰਘਣਾ ਕਰਤੀ। ਹੁਣ ਵੈਸੇ ਵਿਧਾਨ ਇਹੀ ਕਹਿੰਦਾ ਵੀ ਇੱਕ ਸੁਪਰੀਮ ਕੌਂਸਲ ਆ ਤੇ ਇੱਕ ਕਮੇਟੀ ਹੈ ਨਾ। ਹੁਣ ਉਹ ਕਮੇਟੀ ਵਰਟੀਕਲ ਹੋਵੇ ਜਾਂ ਹੌਰੀਜੈਂਟਲ ਹੋਵੇ, ਇਹ ਨਹੀਂ ਕੁਛ ਵੀ ਕਹਿੰਦਾ ਪੜਦਾ। ਉਹ ਅਸੀਂ ਕੀ ਕੀਤਾ ਉੱਥੇ ਬਜਾਏ ਇਹਦੇ, ਉਹਨਾਂ ਨੇ ਅਸੀਂ 5 ਨੂੰ ਉਹਨਾਂ ਨੇ ਇੱਕ ਡਿਪਾਰਟਮੈਂਟ ਦਿੱਤਾ। ਹੁਣ ਜਿਹੜੇ 5 ਸੁਪਰੀਮ ਕੌਂਸਲ ਇਲੈਕਟਡ ਆ, ਦੇ ਹੈਵ ਈਚ 1 ਡਿਪਾਰਟਮੈਂਟ ਈਚ। ਇੱਕ ਕੋਲ ਫਾਈਨੈਂਸ ਆ, ਇੱਕ ਕੋਲ ਧਾਰਮਿਕ ਆ, ਇੱਕ ਕੋਲ ਸਕੂਲ ਆ, ਇੱਕ ਕੋਲ ਬਿਲਡਿੰਗ ਆ, ਇੱਕ ਕੋਲ ਲੰਗਰ ਆ ਜੀ। ਹਾਂਜੀ, ਉਹਨਾਂ ਦੇ ਨਾਲ 5-5, 10-10 ਬੰਦੇ ਹੋਰ ਕਮੇਟੀ ਜਿਹੜੇ ਉਹਨਾਂ ਨੂੰ ਐਡਵਾਈਜ਼ਰੀ, ਜਿਹੜਾ ਵੀ ਹੁਣ ਕੋਈ ਆ ਮਤਲਬ ਧਾਰਮਿਕ ਬੰਦੇ ਕੋਈ ਕਿਸੇ ਉਹਨਾਂ ਨੇ ਕਰਨਾ, ਕਿਹਨੂੰ ਬੁਲਾਉਣਾ, ਕਿਹਨੂੰ ਗ੍ਰੰਥੀ ਨੂੰ ਬੁਲਾਉਣਾ, ਇਨਪੁਟ ਹੈ, ਸਭ ਕੁਛ ਹੈ। ਪਰ ਉਹ ਅਸੀਂ ਇਹ ਕਿਹਾ ਵੀ ਕੋਈ ਪ੍ਰਧਾਨ ਨਹੀਂ ਜੀ, ਕੋਈ ਸਕੱਤਰ। ਮਤਲਬ ਉਹਦੇ ਨਾਲ ਕੀ ਹੁੰਦਾ ਸੀ, ਈਗੋ ਹੁੰਦੀ ਸੀ, ਉਹ ਪਾਵਰ ਸੈਂਟਰ ਬਣ ਜਾਂਦਾ ਸੀਗਾ। ਦੂਜੇ ਬੰਦੇ ਦੀ ਅਦਰ ਪੀਪਲ ਉਹ ਜਿੱਦਾਂ ਹੋ ਜਾਂਦਾ ਵੀ ਯੂ ਆਰ ਫਸਟ ਮੰਗ ਇਕੁਅਲਸ, ਹੈ ਨਾ। ਅਸੀਂ ਕਹਿੰਦੇ ਇਕੁਅਲ ਤੇ ਰਹਿਣ ਦੇ ਬਰਾਬਰ। ਸੋ ਇਹ ਜਿਹੜਾ ਸੀ ਇਹ ਕਈ ਲੋਕਾਂ ਨੂੰ ਮਾਫ ਨਹੀਂ ਬੈਠਾ, ਜਿਨ੍ਹਾਂ ਦੇ ਵਿੱਚ ਹੁਣ ਭਾਈ ਜੰਡੀ ਦਾ ਮੈਂ ਨਾਂ ਲਵਾਂਗਾ ਜੀ, ਕਿ ਭਾਈ ਸਾਹਿਬ ਸੇ ਤੇ ਆਪਣੇ ਭਾਈ ਨਿਰਮਲ ਸਿੰਘ ਜਿਹੜੇ ਕਿ ਅੱਗੇ ਆਲਰੇਡੀ 4-4 ਸਾਲ ਸੇਵਾ ਕਰ ਚੁੱਕੇ। ਨੋਟ 4 ਸਾਲ ਸਿਰਫ ਸੁਪਰੀਮ ਕੌਂਸਲ 'ਚ ਨਹੀਂ, ਜੰਡੀ ਸਾਹਿਬ 8 ਸਾਲ ਪ੍ਰਧਾਨ ਵੀ ਰਹਿ ਚੁੱਕੇ ਦੇ, ਮਤਲਬ 4 ਉਹ ਤੇ 8 12 ਸਾਲ। ਇਸੇ ਤਰ੍ਹਾਂ ਨਿਰਮਲ ਸਿੰਘ 2 ਸਾਲ ਪ੍ਰਧਾਨ ਰੱਖੇ, 6 ਸਾਲ ਜੀ। ਸੋ ਇਹ ਜਿਹੜੇ ਬੰਦੇ ਨਾਲ ਸੀਗੇ ਸਾਡੇ ਜਦੋਂ ਸਮਝੌਤਾ ਹੋਇਆ, ਬੜੇ ਖੁਸ਼ ਸੀਗੇ ਵੀ ਬਹੁਤ ਵਧੀਆ ਇਹ ਕੰਮ ਹੋਇਆ ਆ ਜੀ। ਇਹਦੇ ਵਿੱਚ ਨਾਲ ਸਾਡੇ ਝਗੜੇ ਘਟਣਗੇ, ਵਾਤਾਵਰਨ ਵਧੀਆ ਹੋਏਗਾ, ਨਵੇਂ ਬੰਦੇ ਜਿਹੜੇ ਨਵੇਂ ਆਈਡੀਆ ਲਿਆਉਣਗੇ, ਹੈ ਨਾ, ਵਧੀਆ ਚੱਲੇਗਾ ਜੀ। ਉਹ ਬੰਦੇ ਜਿਹੜੇ ਨਾਲ ਸੇ, ਜਿਹੜੇ ਵਿੱਚ ਸ਼ਾਮਲ ਸੀਗੇ, ਉਹਨਾਂ ਨੇ ਉਸ ਚੀਜ਼ ਨੂੰ, ਉਹਨਾਂ ਨੂੰ ਚੌਧਰ ਜਿਹੜੀ ਸੀ ਉਹ ਨਹੀਂ ਮਿਲੀ ਤੇ ਉਹ ਚਾਹ ਕੇ ਉਹ ਜਿਹਨਾਂ ਨੇ ਹੁਣ ਆਪਣੀ ਜਿਹੜੀ ਸਲੇਟ ਖੜੀ ਕਰ ਲਈ, ਵੱਖ ਖੜੀ ਸਲੇਟ ਕਰ ਲਈ। ਤੇ ਜਿਹੜੀ ਮੇਰੀ ਹੈਰਾਨੀ ਦੀ ਗੱਲ ਮੈਨੂੰ ਹੁੰਦੀ ਆ, ਮੈਂ ਜੰਡੀ ਸਾਹਿਬ ਦੇ ਨਾਲ ਵੀ ਕੰਮ ਕੀਤਾ ਜੀ 90 ਤੋਂ ਬਾਅਦ। ਉਹ 93 'ਚ ਫਾਰਗ ਹੋ ਗਏ ਤੇ ਮੈਂ 94 ਤੇ ਰਿਹਾ। ਫਿਰ ਮੈਂ ਬਾਅਦ 'ਚ ਵੀ ਸੁਪਰੀਮ ਕੌਂਸਲ ਰਿਹਾ। ਮੈਨੂੰ ਸਭ ਪਤਾ, ਘੱਟੋ ਘੱਟ ਮੈਂ 81 ਦਾ ਉੱਥੇ ਜਾਣਾ ਇਸ ਗੁਰਦੁਆਰੇ ਪੇ ਕਿਹਨੇ ਕੀ ਕੀਤਾ। ਆਈ ਕੈਨ ਗਿਵ ਯੂ ਦਾ ਹੋਲ ਹਿਸਟਰੀ। ਪਰ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਵੀ ਆਹ ਕਾਹਦੀ ਸੇਵਾ ਹੋਈ ਵੀ ਜਿਹੜਾ ਬੰਦਾ ਤੁਸੀਂ ਮੰਨ ਲਓ ਮੈਂ ਸੁਪਰੀਮ ਕੌਂਸਲ 'ਚ ਹਾਂ, ਹੁਣ ਸਾਡੇ ਜਿਹੜੇ ਹੈ ਨਾ, ਜਿੱਦਾਂ ਹੁਣ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂ ਵੀ ਬਿਲਡਿੰਗ ਬਣੀ
ਬਿਲਡਿੰਗ ਵਿੱਚ ਤੁਸੀਂ ਮੰਨ ਨਹੀਂ ਸਕਦੇ ਵੀ ਹਾਊ ਮੈਨੀ ਪੀਪਲ, ਕੁਆਲੀਫਾਈਡ ਪੀਪਲ, ਆਰਕੀਟੈਕਟਸ, ਅਕਾਊਂਟੈਂਟਸ, ਜਿਨ੍ਹਾਂ ਦੀ ਹੈਲਪ ਲਈ ਹੈ। ਹੁਣ ਇਹਨਾਂ ਦੀਆਂ 2-3 ਪ੍ਰਾਪਤੀਆਂ ਇਸ ਜਿਹੜੀ ਸਾਡੀ ਹੁਣ ਪੰਚਾਇਤ ਆ ਜਿਹੜੀ 14 ਚ ਇਲੈਕਸ਼ਨ ਹੋਈ ਸੀ, 14 ਤੋਂ 16 ਤੱਕ ਇਹਨਾਂ ਨੇ ਸੋਲਰ ਲਾਇਆ, ਸੋਲਰ ਸਿਸਟਮ ਲਗਾਓ ਤੇ 1 ਪੈਸਾ ਗੁਰਦੁਆਰਾ ਦੇਣ ਲੱਗਾ। ਉਹ ਸਾਰੇ ਜਿਹੜੇ ਪੜ੍ਹੇ ਲਿਖੇ ਲੋਕਾਂ ਨੂੰ ਆਪਣੀ ਆਰਗੇਨਾਈਜੇਸ਼ਨ ਬਣਾ ਕੇ ਬਣਾਇਆ। 3 ਮਿਲੀਅਨ ਦੇ ਕਰੀਬ ਇਹ ਜਿਹੜਾ ਪ੍ਰੋਜੈਕਟ ਹੈ ਬਿਲਡਿੰਗ ਦਾ, ਸਾਡੇ ਕੋਲ 15 ਸਾਲਾਂ ਤੋਂ ਬਹਿਣ ਲਈ ਜਗ੍ਹਾ ਨਹੀਂ ਹੈ ਜੀ। ਬੱਚੇ ਸਾਡੇ 600 ਦੇ ਉੱਤੇ ਆ ਜੀ। ਤੇ ਇਹ ਜਿਹੜੀਆਂ 3-4 ਚੀਜ਼ਾਂ ਪਈ ਉਹਨਾਂ ਨੂੰ ਉੱਥੇ ਮਤਲਬ ਟਿਊਟਰਿੰਗ ਕਰਨੀ, ਇਹ ਬਿਲਡਿੰਗ ਬਣਾਉਣੀ, ਤੇ ਉਹ ਫਿਰ ਹੁਣ ਮਿਲੀਅਨ, 1.5 ਮਿਲੀਅਨ, 2 ਮਿਲੀਅਨ ਇਕੱਠਾ ਹੋ ਗਿਆ। all those guys are professional and they're doing a good job। ਮਤਲਬ ਗੱਲ ਆਪਾਂ ਜਿਹੜੀ ਆ ਕਦੇ ਨਹੀਂ ਮੈਰਿਟ ਤੇ ਸੋਚਦੇ, ਬਸ ਜੇ ਅਸੀਂ ਆ ਕਰਾਂਗੇ। ਹੁਣ ਨਕਲ ਕਰਨ ਦੇ ਨਾਲ ਭਈ ਆ ਸਾਡਾ ਇੱਕ ਮੈਨੀਫੈਸਟੋ, ਦੂਜਾ ਜਿਹੜਾ ਨਕਲ ਕਰ ਲਿਆ, ਪਰ ਗੱਲ ਮੇਰਾ ਸਵਾਲ ਇੱਕੋ ਹੀ ਆ ਜੀ। ਇਹ ਜਿੰਨੇ ਵੀ ਸਲੇਟਾਂ ਖੜੀਆਂ, ਪਹਿਲੀ ਤਾਂ ਗੱਲ ਹੈ ਇਹ ਸਾਰੇ ਬੰਦੇ ਆਲਰੇਡੀ ਸਰਵ ਕਰ ਚੁੱਕੇ, 5 ਜਾਂ 6 ਬੰਦੇ, ਇੱਕ ਬੰਦਾ ਕਮੇਟੀ 'ਚ ਤੇ 5 ਬੰਦੇ ਜਿਹੜੇ ਆ, 3 ਇੱਕ ਸਲੇਟ 'ਚ ਨੇ ਜਿਹੜੇ ਆਲਰੇਡੀ ਸੁਪਰੀਮ ਕੌਂਸਲ 'ਚ ਆ ਚੁੱਕੇ ਆ, ਦੂਜੇ 'ਚ 2 ਹੈਗੇ ਆ ਜਿਹੜੀ ਕਹਿੰਦੇ ਬੱਸ ਆ ਜਿਹੜੀ। ਸਰ ਤੁਸੀਂ ਇੱਥੇ ਕਹਿਣਾ ਚਾਹੁੰਦੇ ਹੋ ਵੀ ਬੇਸਿਕਲੀ ਵੀ ਇਹ ਉਹਨਾਂ ਦੇ ਆਪਣੇ ਨਿੱਜੀ ਮਫਾਦ ਆ, ਨਾ ਕਿ ਗੁਰਦੁਆਰੇ ਨੂੰ ਲੈ ਕੇ ਕੋਈ ਇਦਾਂ ਦੀ ਗੱਲ ਨਹੀਂ। ਜੇ ਇੱਕ ਸਵਾਲ ਹੈ ਮੇਰਾ, ਬੜਾ ਸਿੰਪਲ ਸਵਾਲ ਉਹ ਇਹ ਆ ਵੀ ਸਿਰਫ ਮੇਰਾ ਸਵਾਲ ਇਹ ਆ ਵੀ ਕੀ ਸੇਵਾ ਬਿਨਾਂ ਇਲੈਕਸ਼ਨ ਲੜੇ, ਬਿਨਾਂ ਪ੍ਰਧਾਨ ਬਣੇ, ਬਿਨਾਂ ਸੈਕਟਰੀ ਬਣੇ ਜਾਂ ਬਿਨਾਂ ਕਮੇਟੀ ਦੇ ਮੈਂਬਰ ਬਣੇ ਕੀਤੀ ਜਾ ਸਕਦੀ ਜਾਂ ਨਹੀਂ? ਬਿਲਕੁਲ ਇਹਦਾ ਮੈਂ ਸੋਚਦਾ ਵੀ ਬੰਦੇ ਜਵਾਬ ਦੇਣ ਜੀ। ਵੀ ਜਿੱਥੋਂ ਤੱਕ ਮੈਨੂੰ ਪਤਾ ਆ, ਬਾਦਸ਼ਾਹ ਵਾਲੇ ਜਿਹੜੇ ਆ ਉਹਨਾਂ ਨੇ ਇਲੈਕਸ਼ਨ ਲਾਉਣਾ ਹੀ ਲਾਉਣਾ। ਧਾਮੀ ਸਾਹਿਬ ਪਿਛਲੀ 'ਚ ਵੀ ਸੀਗੇ, 96 ਦੇ ਵਿੱਚ ਇਹਨਾਂ ਦੀ ਚੋਣ ਹੋਈ ਸੀਗੀ, 98 'ਚ ਚਾਬੀਆਂ ਸਿੱਟ ਕੇ ਗਏ ਜੀ, ਘਰ ਨੂੰ ਚਲ ਗਏ। ਮਤਲਬ ਜਿਹੜਾ ਬੰਦਾ ਜਿਸ ਟਰਮ ਲਈ ਚੁਣਿਆ ਗਿਆ ਉਹਨਾਂ ਚਿਰ ਉਹਨੂੰ ਸੇਵਾ ਕਰਨੀ ਚਾਹੀਦੀ ਨਾ ਜੀ। ਜੋ ਮਰਜ਼ੀ ਵੀ ਉਹਨਾਂ ਦਾ ਹੋਵੇ ਜਵਾਬ, ਮੇਰਾ ਸਿਰਫ ਇਹ ਆ, ਇਹਨਾਂ ਨੂੰ ਅਸੀਂ ਜੀ ਉਦੋਂ ਵੀ ਸੱਦਿਆ ਜਦੋਂ ਅਸੀਂ ਇਕੱਠੇ ਹੋ ਕੇ ਬੈਠੇ। ਇਹ ਨਹੀਂ ਭਈ ਇਹ ਸਾਡੇ ਗਰੁੱਪ 'ਚ ਨਹੀਂ ਸੀ ਤਾਂ ਇਹਨਾਂ ਨੂੰ ਨਹੀਂ ਸੱਦਿਆ, ਬਲਕਿ ਮੈਂ ਇਹ ਕਹਾਂਗਾ ਵੀ 214 ਤੇ 212 'ਚ ਵੀ ਅਸੀਂ ਇਹਨਾਂ ਕੋਲ ਗਏ। ਧਾਮੀ ਸਾਹਿਬ ਨਾਲ ਅਸੀਂ ਇੱਕ ਮਤਲਬ ਇੱਕ ਪੀਜ਼ਾ ਪਲੇਸ ਹੈਗੀ ਆ ਸਾਡੇ ਫਰੈਂਡ ਦੀ, ਉੱਥੇ ਅਸੀਂ ਬਹਿ ਕੇ ਇਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਸਾਡੇ ਨਾਲ ਬਹਿ ਜਾਓ। ਬਹਿਣ ਦਾ ਤਰੀਕਾ ਕੀ ਹੈ, ਜਿਹੜਾ ਜਿਸ ਤਰੀਕੇ ਨਾਲ ਹੁਣ ਅਸੀਂ ਚੁਣਦੇ ਹਾਂ ਉਹਦੇ ਵਿੱਚ ਇਹ ਆ ਵੀ ਜਿਹਨੇ ਵੀ ਐਪਲੀਕੇਸ਼ਨ ਦੇਣੀ ਦੇ ਦਿਓ। ਐਪਲੀਕੇਸ਼ਨ ਦੇ ਕੇ ਉਹਨਾਂ ਦੇ ਸੋ ਫਾਰ ਜੇ ਉਹਨਾਂ ਦੀ ਸਾਰਿਆਂ ਦੀ ਕੁਆਲੀਫਿਕੇਸ਼ਨ ਮੀਟ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਜਾਓ, ਠੀਕ ਆਪਣੇ ਆਪ ਫੈਸਲਾ ਕਰੋ ਜੀ। ਉਹਦੇ ਤੇ ਵੀ ਇਹਨਾਂ ਨੂੰ ਟੀਕਾ, ਹਰੇਕ ਗੱਲ ਤੇ ਕਿਤੇ ਨਾ ਕਿਤੇ ਤਾਂ। ਹੁਣ ਦੇਖੋ ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੇਣਾ, ਆਡਿਟ ਜੀ। ਅੱਜ ਤੱਕ ਕਦੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਆਡਿਟ ਨਹੀਂ ਹੋਇਆ, ਮਤਲਬ ਇੰਡੀਪੈਂਡੈਂਟ ਫਾਈਨੈਂਸ਼ੀਅਲ ਆਡਿਟ। ਇਹਨਾਂ ਨੇ ਰੌਲਾ ਪਾਤਾ ਜੀ ਤੁਸੀਂ ਆਹ ਖਾ ਕੇ ਇੰਨਾ ਖਾ ਕੇ, ਚਲੋ ਆਡਿਟ ਅਸੀਂ ਕਿਹਾ ਵੀ ਇੱਦਾਂ ਕਰੋ ਵੀ ਕਾਸਟ ਸ਼ੇਅਰ ਕਰੋ ਵੀ ਅਸੀਂ ਬਿਲਡਿੰਗ ਤੇ ਪੈਸੇ ਲਾ ਰਹੇ ਹਾਂ, ਨੋ ਗੁਰਦੁਆਰਾ ਪੈਸੇ ਲਾਵੇ। ਇੱਦਾਂ ਇਹਨਾਂ ਦਾ ਇਲੈਕਸ਼ਨ ਵਾਰ ਕਾਸਟ ਵੀ ਨਹੀਂ ਸ਼ੇਅਰ ਕਰਨੀ ਕਿਤੇ ਵੀ ਨਹੀਂ, ਮਤਲਬ ਕਿਸੇ ਹੁਣ ਜਿੱਦਾਂ ਭਾਈ ਗੁਰਦੁਆਰੇ ਨੂੰ ਉੱਤੋਂ ਤਾਂ ਨਹੀਂ ਆਮਦਨ ਆਉਂਦੀ ਜੀ। ਹੁਣ ਤੁਸੀਂ ਘੱਟੋ ਘੱਟ ਆਪਣਾ ਜੇ ਹੁਣ ਬਿਲਡਿੰਗ ਬਣ ਰਹੀ ਆ, ਉਹ ਬਿਲਡਿੰਗ ਇਕੱਲੀ ਸਾਡੀ ਗਰੁੱਪ ਦੀ ਤਾਂ ਨਹੀਂ ਹੈਗੀ, ਉਹ ਸਾਰੀ ਸੰਗਤ ਦੀ ਸਾਂਝੀ ਆ। ਨਹੀਂ ਸਾਰਿਆਂ ਨੂੰ ਕਰਨਾ ਚਾਹੀਦਾ। ਵਾਟ ਇਜ਼ ਦੇਅਰ ਕੰਟਰੀਬਿਊਸ਼ਨ, ਦੇ ਸ਼ੁਡ ਟੈਲ ਦਾ ਸੰਗਤ ਵੀ ਤੁਸੀਂ 60,000 ਆਪਣੇ ਗਰੁੱਪ ਦਾ ਤਾਂ ਖਰਚ ਜਾਣਾ, ਪਰ ਉਹਨਾਂ ਨੇ ਉਹ ਵਿੱਚ ਜਾਣੀ ਜਿਸ ਲਈ ਉਹਨਾਂ ਨੂੰ ਕਹਿੰਦੇ ਆ ਵੀ ਜੇ ਇਲੈਕਸ਼ਨ ਦਾ ਘੱਟੋ ਘੱਟ ਡਿਸਵਰਸ ਕਰ ਦਿਓ ਗੁਰਦੁਆਰਾ ਸਾਹਿਬ ਨੂੰ। ਵੀ ਉਹਨਾਂ ਨੇ ਕਿਹੜੀ ਸੇਵਾ ਆ ਜਿਹੜੀ ਉਹਨਾਂ ਨੇ ਗੁਰਦੁਆਰਾ 'ਚ ਕੀਤੀ ਹੈ, ਇਹ ਦੱਸਣਾ ਲੋਕਾਂ ਨੂੰ। ਸਿਰਫ ਸਾਡੀਆਂ ਦੇਖੋ ਹੁਣ ਆਡਿਟ ਹੋ ਗਿਆ ਭਾਈ ਸਾਹਿਬ, ਉਹ ਬੈਨਾ ਮਾਨੂੰ ਵਾਲੀ ਗੱਲ ਉੱਥੇ ਫੇਰ ਉਹਦੇ ਵਿੱਚ ਵੀ ਆ ਨਹੀਂ ਹੋਇਆ ਜਿਹਾ, ਮਤਲਬ ਰੋਟੀ ਖਾਂਦੇ ਦਾੜੇ ਹਿਲਦੇ, ਇਹਦਾ ਹੁਣ ਕੋਈ ਇਲਾਜ ਨਹੀਂ ਜੀ। ਜਗਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਨੂੰ ਨਿੱਘੀ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਪੁੱਛਣਾ ਚਾਹੁੰਦੇ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਵੀ ਇਹ ਜਿਹੜੇ ਇਸ ਟਾਈਮ ਦੇ ਉੱਤੇ ਜਿੰਨੇ ਵੀ ਧੜੇ ਹੈਗੇ, ਜਿੰਨੀਆਂ ਵੀ ਸਲੇਟਾਂ ਹੈਗੀਆਂ ਵੱਖ-ਵੱਖ ਨੇ, ਕਿਸੇ ਮੌਕੇ ਦੇ ਉੱਤੇ ਤੁਸੀਂ ਸਾਰੇ ਇਕੱਠੇ ਵੀ ਸੀ, ਫਿਰ ਅੱਡ ਵੀ ਹੋਏ, ਤੇ ਉਸ ਤੋਂ ਬਾਅਦ ਦੇ ਵਿੱਚ ਕੁਝ ਕੁ ਸਾਲ ਪਹਿਲਾਂ ਤੁਸੀਂ ਸਿੱਖ ਪੰਚਾਇਤ ਦਾ ਕਨਸੈਪਟ ਲੈ ਕੇ ਆਏ, ਫਿਰ ਸੁਪਰੀਮ ਕੌਂਸਲ ਦਾ ਆ। ਇਹ ਕਿਸ ਤਰੀਕੇ ਦੇ ਨਾਲ ਇਹ ਚੀਜ਼ ਮੇਚ ਖਾਂਦੀ ਹੈ ਕਿ ਕਿਉਂ ਇਹ ਤੁਹਾਨੂੰ ਕਰਨਾ ਪਿਆ ਤੇ ਕੀ ਤੁਹਾਨੂੰ ਇਸ ਦੇ ਫਾਇਦੇ ਲੱਗੇ? ਦੇਖੋ, ਸਿੱਖ ਪੰਚਾਇਤ ਦੀ ਕੌਨਸੈਪਟ ਇਹ ਹੋਇਆ ਵੀ ਅਸੀਂ ਇਲੈਕਸ਼ਨ ਜਿਹਨੂੰ ਆਪਾਂ ਗਰੁੱਪਾਂ 'ਚ ਲਾ ਲਈਏ, ਸਾਡਾ ਧੜਾ ਜਿੱਤਿਆ ਕਾਫੀ ਮਾਰਜਨ ਨਾਲ ਜੀ। ਤੇ ਉਸ ਤੋਂ ਪਹਿਲਾਂ ਥੋੜ੍ਹਾ ਵਿੱਚ ਧੁਖਦਾ ਸੀ ਸਾਰੇ ਪਾਸੇ, ਵੀ ਲੱਗਦਾ ਸੀ ਇਹ ਗੱਲ ਜਿਹੜੀ ਗਰੁੱਪਿਜ਼ਮ ਵੱਧਦੀ ਜਾ ਰਹੀ ਹੈ ਜੀ, ਤੇ ਕਿਸੇ ਪਾਸੇ ਠੱਲ ਨਹੀਂ ਸੀ ਪੈ ਰਹੀ। ਅਸੀਂ ਹੀ ਮਤਲਬ ਆਊਟਰੀਚ ਕੀਤਾ ਦੂਜੇ ਗਰੁੱਪਾਂ ਨੂੰ ਜਾ ਕੇ ਜੀ, ਵੀ ਆਓ ਆਪਾਂ ਰਲ ਮਿਲ ਕੇ ਕੋਈ ਇਹੋ ਜਿਹਾ ਪ੍ਰੋਗਰਾਮ ਬਣਾਈਏ ਵੀ ਜਿੱਥੇ ਸਾਰੇ ਬੰਦਿਆਂ ਨੂੰ ਸਪੇਸ ਮਿਲ ਜੇ ਤੇ ਗੁਰਦੁਆਰੇ ਦੀ ਭਲਾਈ ਹੋਵੇ। ਜਿਹੜਾ
ਆਮ ਸੰਗਤ ਆ ਉਹ ਬਹੁਤਾ ਲਾਈਕ ਨਹੀਂ ਸੀ ਕਰਦੀ ਕਿਸੇ ਵੀ ਧੜੇ ਨੂੰ। ਉਹਨਾਂ ਨੂੰ ਇਹੀ ਸੀ ਵੀ ਉਹ ਤਾਂ ਆਪਣਾ ਹਮੇਸ਼ਾ ਹੀ ਕਥਾ ਕੀਰਤਨ ਸੁਣਨ ਆਉਂਦੇ ਆ, ਉਹਨਾਂ ਨੇ ਕੀ ਲੈਣਾ ਕਿਸੇ ਤੋਂ, ਮੈਨੇਜਮੈਂਟ ਤੋਂ। ਸੋ ਕਾਫੀ ਸਾਨੂੰ ਇੱਦਾਂ ਇਨਪੁਟ ਮਿਲਦੀ ਸੀ ਵੀ ਜਿਹੜੇ ਲੋਕ ਬਹੁਤੇ ਖੁਸ਼ ਨਹੀਂ ਗੇ ਵੀ ਜੋ ਇੱਥੇ ਕੌਨਫਲਿਕਟ ਚੱਲ ਰਿਹਾ ਫਰੀਮੌਂਟ ਦਾ, ਤੇ ਥੋੜ੍ਹੀ ਬਦਨਾਮੀ ਵੀ ਚੱਲਦੀ ਸੀ, ਹੈ ਨਾ ਜੀ। ਉਦੋਂ ਫਿਰ ਅਸੀਂ ਬੈਠ ਕੇ ਭਾਈ ਰਾਮ ਸਿੰਘ ਹੋਰਾਂ ਨਾਲ, ਗੁਰਮੀਤ ਸਿੰਘ ਹੋਰਾਂ ਨਾਲ, ਪਹਿਲਾਂ ਤਾਂ ਬੈਠਣ ਨੂੰ ਨਹੀਂ ਸੀ ਮੰਨਦਾ ਕੋਈ, ਫਿਰ ਹੌਲੀ ਹੌਲੀ ਚਲੋ ਬਣਿਆ। 6 ਮਹੀਨੇ ਲਗਾਤਾਰ ਅਸੀਂ ਜੀ ਮੀਟਿੰਗਸ ਕੀਤੀਆਂ ਤੇ ਲਿਖ ਕੇ ਸਾਰਿਆਂ 'ਤੇ ਫੈਸਲਾ ਕਰਕੇ ਦਸਤਕ ਕਰਦੇ ਸੀ ਜੀ, ਠੀਕ ਹੈ। ਉਹਦੇ 'ਚ ਅਸੀਂ ਇੱਕ ਮਿਨੀਮਮ ਪ੍ਰੋਗਰਾਮ ਲਿਖਿਆ ਵੀ ਆਪਾਂ ਕਿੱਦਾਂ ਚੱਲਣਾ, ਗੁਰਦੁਆਰੇ ਦਾ ਵੀ ਕੀ ਫਾਇਦਾ। ਉਹਦੇ 'ਚ ਪਹਿਲਾ ਸੀ ਇਹ ਵੀ ਜਿਹੜੀ ਲੀਡਰਸ਼ਿਪ ਆ, ਜਿਹੜੇ ਵੱਡੀ ਐਸਟੈਬਲਿਸ਼ ਲੀਡਰਸ਼ਿਪ ਆ, ਉਹ ਇਹਦੇ 'ਚੋਂ ਗ੍ਰੇਸਫੁਲ ਐਗਜ਼ਿਟ ਲਊਗੀ। ਉਹਦੇ 'ਚ ਇਹ ਉੱਥੇ ਐਸਟੈਬਲਿਸ਼ ਲੀਡਰਸ਼ਿਪ ਜੇ ਰਹਿੰਦੀ ਤਾਂ ਕੌਨਫਲਿਕਟ ਨਾਲ ਹੀ ਰਹਿੰਦਾ, ਕਿਉਂਕਿ ਬੈਗ ਬਹੁਤ ਹੈਵੀ ਆ ਸਭ ਦੇ। ਸੋ ਇਹ ਇਸ ਗੱਲ 'ਤੇ ਐਗਰੀ ਹੋਏ ਸਾਰੇ ਤਿੰਨੇ ਬੰਦੇ ਮੇਨ ਤੌਰ 'ਤੇ, ਜਿਹੜੇ ਆਪਣੇ ਭਾਈ ਰਾਮ ਸਿੰਘ ਜੀ ਹੋ ਗਏ, ਭਾਈ ਗੁਰਮੀਤ ਸਿੰਘ ਖਾਲਸਾ ਜੀ ਹੋ ਗਏ, ਭਾਈ ਜੰਡੀ ਸਾਹਿਬ ਵੀ ਹੋ ਗਏ, ਚਾਹੇ ਮਤਲਬ ਉਹਨਾਂ ਨਾਲੋਂ ਜ਼ਿਆਦਾ ਅਸੀਂ ਉੱਥੇ ਬੈਠੇ ਹੁੰਦੇ ਸੀ ਗਰੁੱਪ ਦੇ ਤੌਰ 'ਤੇ। ਸੋ ਵੀ ਨਵੀਂ ਲੀਡਰਸ਼ਿਪ ਨੂੰ, ਨਵੇਂ ਚਿਹਰਿਆਂ ਨੂੰ, ਨਵੇਂ ਯੂਥ ਨੂੰ ਆਪਾਂ ਇਹਦੇ 'ਚ ਇਨਵੋਲਵ ਕਰਾਂਗੇ, ਆਪਾਂ ਐਡਵਾਈਜ਼ਰੀ ਰੋਲ 'ਚ ਜਾਵਾਂਗੇ। ਜਿਹੜੀ ਟ੍ਰਾਂਜੀਸ਼ਨ ਪੀਰੀਅਡ ਸੀਗਾ ਵੀ ਹੌਲੀ ਹੌਲੀ ਅਸੀਂ ਬਾਹਰ ਹੁੰਦੇ ਜਾਵਾਂਗੇ, ਨਵੇਂ ਬੰਦੇ ਆਉਂਦੇ ਜਾਣਗੇ। ਸੋ ਉਹਦੇ ਲਈ ਜਦੋਂ ਮਿਨੀਮਮ ਪ੍ਰੋਗਰਾਮ ਬਣ ਗਿਆ, ਇੱਕ ਸਿਲੈਕਸ਼ਨ ਪ੍ਰੋਸੀਜਰ ਬਣਾ ਲਿਆ, ਇੱਕ ਮਤਲਬ ਡਿਸੀਜਨ ਮੇਕਿੰਗ ਬਣਾ ਲਈ, ਫਿਰ ਅਸੀਂ ਆਊਟਰੀਚ ਕੀਤਾ ਸਾਰਿਆਂ ਨੂੰ। ਉਹਦੇ 'ਚ ਗਰੇਵਾਲ ਸਾਹਿਬ ਦਾ ਗਰੁੱਪ ਸੀ, ਉਹਨਾਂ ਨੂੰ ਵੀ ਕੋਈ ਬੰਦਾ ਅਸੀਂ ਛੱਡਿਆ ਨਹੀਂ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਸਾਨੂੰ ਅਸੀਂ ਅਪਰੋਚ ਨਹੀਂ ਕੀਤਾ। ਸਾਡੇ ਨਾਲ ਮੀਟਿੰਗਾਂ ਵੀ ਹੋਈਆਂ 1.5 2 ਘੰਟੇ ਦੀਆਂ ਇਹਨਾਂ ਦੀਆਂ, ਇਸ ਗਰੁੱਪ ਦੀਆਂ, ਜਿਹਦੇ 'ਚ ਡਾਕਟਰ ਜਗਤਾਰ ਸੰਧੂ ਜਾਂ ਗਰੇਵਾਲ ਸਾਹਿਬ ਦੇ ਹੋਰ ਬੰਦੇ ਵੀ ਆਏ। ਇਸੇ ਤਰ੍ਹਾਂ ਇਸ ਗਰੁੱਪ ਦੀਆਂ ਵੀ ਤਾਂ ਵਿੱਚ ਹੀ ਸੀ ਇਨਵੋਲਵ। ਸੋ ਮੇਨ ਮਕਸਦ ਇਹ ਸੀਗਾ ਪੰਚਾਇਤ ਦਾ ਵੀ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਇੱਕ ਪੰਚਾਇਤੀ ਰੂਪ 'ਚ ਮਿਲ ਬੈਠ ਕੇ ਮਸਲੇ ਹੱਲ ਕਰਨ ਦਾ ਇਵੋਲਵ ਕੀਤਾ ਜਾਵੇ। ਅਤੇ ਜਿਹੜੀ ਚੌਧਰ ਦੀ ਗੱਲ ਆ, ਅਤੇ ਜਾਂ ਜਿਹੜੀ ਇੱਕ ਗਰੁੱਪ ਨੂੰ ਪ੍ਰਮੋਟ ਕਰਨ ਦੀ ਗੱਲ ਹੈ, ਗੁਰਦੁਆਰੇ ਦੇ ਇਸ਼ੂਜ਼ ਨੂੰ ਨਾ ਮਤਲਬ ਗੁਰੂ ਦੇ ਹਿਸਾਬ ਨਾਲ ਜੋ ਅਕੰਪਲਿਸ਼ਮੈਂਟਸ ਗੁਰਦੁਆਰੇ ਦੀ ਚਾਹੀਦੀਆਂ ਜਾਂ ਜੋ ਕੰਮ ਗੁਰਦੁਆਰੇ ਦੇ ਚਾਹੀਦੇ ਆ, ਉਹਨਾਂ ਨੂੰ ਕਰਕੇ ਖੁਸ਼ੀ ਪ੍ਰਾਪਤ ਕਰਨ ਦੀ ਬਜਾਏ ਇਹ ਹੁੰਦਾ ਸੀ ਵੀ ਕਿਹੜੇ ਕੰਮ ਦਾ ਗਰੁੱਪ ਨੂੰ ਕੀ ਫਾਇਦਾ। ਡਿਸੀਜਨ ਮੇਕਿੰਗ 'ਚ ਥੋੜ੍ਹਾ ਫਾਇਦਾ ਸੋਚਿਆ ਜਾਂਦਾ ਸੀ ਵੀ ਉਹਦੇ 'ਚੋਂ ਬਾਹਰ ਨਿਕਲ ਕੇ ਆਪਾਂ ਟਰਾਈ ਕਰੀਏ। ਬੜਾ ਸਕਸੈਸਫੁਲ ਹੋਇਆ। 1-2 ਤਰੁੱਟੀਆਂ ਆਈਆਂ, ਚਲੋ ਮਾੜੀਆਂ ਮੋਟੀਆਂ ਹੁੰਦੀਆਂ ਹੀ ਆ ਜਦੋਂ ਟਰਬੂਲੈਂਸ ਆਉਣੀ ਆ, ਜਦੋਂ ਇਹੋ ਜਿਹੀ ਵੱਡੀ ਚੀਜ਼ ਹੋਵੇ, ਪਰ ਓਵਰਆਲ ਇਟ ਸਕਸੈਸਫੁਲ, ਮਤਲਬ ਵੈਰੀ ਗੁੱਡ, ਵੀ ਆਰ ਸੈਟਿਸਫਾਈਡ ਜੀ। ਜਸਜੀਤ ਜੀ, ਜੇ ਇਸ ਦੇ ਨਾਲ ਹੀ ਜੁੜਿਆ ਹੁਣ ਤੁਹਾਨੂੰ ਇੱਕ ਜਿਹੜਾ ਜੀ ਸਵਾਲ ਆਪਾਂ ਪੁੱਛੀਏ ਵੀ ਤੁਸੀਂ ਸਾਰੇ ਜਾਣੇ ਕਿਸੇ ਮੌਕੇ ਦੇ ਉੱਤੇ ਇਕੱਠੇ ਸੀਗੇ, ਪਿਛਲੀਆਂ ਇਲੈਕਸ਼ਨਾਂ ਵੀ ਤੁਸੀਂ ਸਾਰਿਆਂ ਨੇ ਇਕੱਠੀਆਂ ਲੜੀਆਂ, ਫੋਟੋਆਂ ਪਿਛਲੀ ਵਾਰੀ ਤੁਹਾਡੇ ਸਾਰਿਆਂ ਦੀਆਂ ਇਕੱਠੀਆਂ ਸੀਗੀਆਂ, ਸਾਰੇ ਜਾਣਿਆਂ ਨੇ ਮਿਲ ਕੇ ਆਖਿਆ। ਕੀ ਜਿਹੜੇ ਤੁਹਾਨੂੰ ਲੱਗਦਾ ਵੀ ਇਹ ਕੀ ਕਾਰਨ ਜਿਹੜੇ ਚੀਜ਼ ਰਹੇ ਵੀ ਅਖੀਰਲੇ ਮੌਕੇ 'ਤੇ ਆ ਕੇ ਸਾਰੇ ਜਿਹੜੇ ਤੁਹਾਡੇ ਨਾਲੋਂ ਅਲੱਗ ਹੋ ਗਏ? ਜਿਹੜਾ ਕੌਨਸੈਪਟ ਹੈ ਜੇ ਸਮਝ ਆਵੇ ਪੰਚਾਇਤ ਦੀ ਕਿਸੇ ਨੂੰ, ਤਾਂ ਫਿਰ ਇਹ ਕਾਰਨ ਸੌਖੇ ਸਮਝ ਆ ਜਾਂਦੇ ਆ ਵੀ ਬੰਦਾ ਜਿਹੜਾ ਪੰਚਾਇਤ ਛੱਡ ਕੇ ਜਾ ਰਿਹਾ ਉਹਦਾ ਰੀਜ਼ਨ ਕੀ ਹੈ। ਸੋ ਬੇਸਿਕ ਕਾਰਨ ਹੈ ਜਿਹੜੀ ਪੰਚਾਇਤ 'ਚ ਨਾ ਡੀਸੈਂਟਰਲਾਈਜ਼ ਹੁੰਦੀ ਆ ਪਾਵਰ, ਉੱਥੇ ਕਿਸੇ ਇੱਕ ਬੰਦੇ ਦੀ ਨਹੀਂ ਚੱਲਦੀ। ਉੱਥੇ ਇੱਕ ਡਿਸੀਜਨ ਲੈਣ ਦਾ ਸਿਸਟਮ ਆ, ਉੱਥੇ ਇੱਕ ਵਿਚਾਰ ਪੇਸ਼ ਕਰਨ ਦਾ ਸਿਸਟਮ ਆ। ਸੋ ਜਦੋਂ ਬੰਦੇ ਨੂੰ ਇਹ ਲੱਗਦਾ ਵੀ ਜਿਹੜੇ ਬੰਦੇ ਲੀਡਰਸ਼ਿਪ ਚਾਹੁੰਦੇ ਆ, ਜਿਹੜੇ ਬੰਦੇ ਹਰ ਵੇਲੇ ਲਾਈਮ ਲਾਈਟ 'ਚ ਰਹਿਣਾ ਚਾਹੁੰਦੇ ਆ ਜੀ, ਉਹਨਾਂ ਨੂੰ ਜਦੋਂ ਇਹ ਲੱਗਦਾ ਵੀ ਆਈ ਐਮ ਵਨ ਆਫ ਯੂ, ਮੈਂ ਕਾਫੀ ਬੰਦਿਆਂ 'ਚ ਸਿਰਫ ਇੱਕ ਹਾਂ, ਇਹ ਨਹੀਂ ਗਾ ਵੀ ਮੈਂ ਹੀ ਹਾਂ। ਜਦੋਂ ਬੰਦਾ ਚਾਹੁੰਦਾ ਮੈਂ ਟੌਪ ਦਾ ਲੀਡਰ ਹਾਂ, ਬਾਕੀ ਬੰਦੇ ਮੇਰੇ ਸਾਰੇ ਮੈਂਬਰ ਆ, ਉਹ ਬੰਦੇ ਇਸ 'ਚੋਂ ਛੱਡ ਕੇ ਜਾਂਦੇ ਆ। ਉਹਦੇ 'ਚ ਭਾਵੇਂ ਆਪਣੇ ਭਾਈ ਸਾਹਿਬ ਜੰਡੀ ਸਾਹਿਬ ਹੋਣ, ਅਸੀਂ ਇੰਨੇ ਸਾਲ ਇਕੱਠੇ ਰਹੇ, 20-25 ਸਾਲ ਸਦਾ ਸਪੋਰਟ ਕੀਤੀ ਹੈ, ਪਰ ਉਹਦਾ ਰੀਜ਼ਨ ਇਹੀ ਹੈ ਵੀ ਇੱਕ ਰੀਜ਼ਨ ਆ ਜਿਹੜਾ ਵੱਡਾ, ਜਿਹੜਾ ਮੈਂ ਤੁਹਾਨੂੰ ਦੱਸਿਆ, ਚਾਹੇ ਉਹਦੇ 'ਚ ਪਹਿਲੀ ਵਾਰੀ ਗੁਰਚਰਨ ਸਿੰਘ ਮਾਨ ਛੱਡ ਗਏ ਸੀਗੇ ਜੀ, ਜਿਹੜੇ ਬੰਦੇ ਮਤਲਬ ਹਮੇਸ਼ਾ ਲੀਡਰਸ਼ਿਪ 'ਚ ਰਹਿਣਾ ਚਾਹੁੰਦੇ ਆ, ਉਹਨਾਂ ਲਈ ਉਹਦੇ 'ਚ ਘੱਟ ਥਾਂ ਆ। ਉਹਨਾਂ ਨੂੰ ਇੱਕ ਸਿਸਟਮ 'ਚ ਬੰਨ੍ਹ ਕੇ ਰਹਿਣਾ ਪੈਂਦਾ ਆ। ਉੱਥੇ ਡਿਸੀਜਨ ਤੁਹਾਡੇ ਮਰਜ਼ੀ ਦੇ ਨਹੀਂ ਹੁੰਦੇ। ਮੈਨੂੰ ਆਪ ਨੂੰ ਯਾਦ ਆ, ਮੈਂ 8-10 ਮੁੱਦੇ ਲੈ ਕੇ ਆਇਆ ਪੰਚਾਇਤ 'ਚ ਪਿਛਲੇ 2-4 ਸਾਲਾਂ 'ਚ, ਅਤੇ ਮਸਾਂ ਹੀ 2 ਜਾਂ 3 ਮੰਨੇ ਗਏ ਆ, 5 ਨਹੀਂ ਮੰਨੇ ਗਏ। ਮੈਂ ਇਹ ਨਹੀਂ ਕਹਿੰਦਾ ਮੁੱਦੇ ਗਲਤ ਜਾਂ ਠੀਕ ਸੀ, ਕਈ ਗਲਤ ਵੀ ਸੀ, ਕਈ ਠੀਕ ਵੀ ਸੀ, ਪਰ ਇੱਕ ਸਿਸਟਮ ਹੁੰਦਾ ਉਹਦੇ 'ਚ ਤੁਹਾਨੂੰ ਜਿਹੜਾ ਮੈਨੇਜਮੈਂਟ ਹੈ ਉਹਨੇ ਦੇਖਣਾ ਹੁੰਦਾ ਵੀ ਅਸੀਂ ਕਿਵੇਂ ਗੁਰਦੁਆਰਾ ਸਾਹਿਬ ਚਲਾਉਣਾ, ਕਿਉਂਕਿ ਸੰਗਤ ਨਾਲ ਉਹਨਾਂ ਦੀ ਇੰਟਰੈਕਸ਼ਨ ਜ਼ਿਆਦਾ ਸਾਡੇ ਨਾਲੋਂ, ਖਾਸ ਕਰਕੇ ਮੇਰੇ ਨਾਲੋਂ, ਮੇਰੀ ਤਾਂ ਬਹੁਤ ਘੱਟ ਰਹਿੰਦੀ ਹੈ ਜੀ। ਸੋ ਫਿਰ ਤੁਹਾਨੂੰ ਇੱਕ ਵੱਡੇ ਸਿਸਟਮ 'ਚ ਮੰਨ ਕੇ ਤੁਰਨਾ ਚਾਹੀਦਾ ਵੀ ਹਰ ਗੱਲ ਮੇਰੀ ਨਹੀਂ ਮੰਨੀ ਜਾ ਸਕਦੀ ਜੀ। ਅਤੇ ਗੱਲ ਜੇ ਆਪਾਂ ਹੁਣ ਅਗਲੀ ਕਰੀਏ ਵੀ 2 ਸਾਲਾਂ ਤੋਂ ਸਿੱਖ ਪੰਚਾਇਤ ਸਲੇਟ ਦੇ ਜਿਹੜੇ ਨੁਮਾਇੰਦੇ ਆ, ਜਿਹੜੇ ਉਮੀਦਵਾਰ, ਜਿਹੜੇ ਸੰਗਤ ਨੇ ਜਿਹੜੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ, ਉਹਨਾਂ ਦੀ ਜਿਹੜੀ ਮੈਨੇਜਮੈਂਟ ਦੀ ਜਿਹੜੀ ਕਾਰਜਕਾਰੀ, ਜਿੱਦਾਂ ਰਾਮ ਸਿੰਘ ਜੀ ਦੱਸ ਕੇ ਗਏ ਵੀ ਹਰ ਇੱਕ ਨੂੰ ਵੱਖ-ਵੱਖ ਜਿਹੜੇ ਆ ਉਹ ਸੌਂਪਿਆ ਗਿਆ। ਕੀ ਤੁਹਾਡਾ ਜਿਹੜਾ ਐਨਾਲਿਸਿਸ ਹੋਊਗਾ ਜੇ ਤੁਹਾਨੂੰ ਆਖਿਆ ਜਾਵੇ ਵੀ ਕਰਨ ਨੂੰ, ਕੀ ਉਹਨਾਂ ਦੇ ਵਿੱਚ ਤੁਹਾਨੂੰ ਚੰਗੀਆਂ ਚੀਜ਼ਾਂ ਲੱਗੀਆਂ, ਕੀ ਜਿਹੜੀਆਂ ਕਮੀਆਂ ਪੇਸ਼ੀਆਂ ਜੇ ਤੁਹਾਨੂੰ ਨਜ਼ਰ ਆਉਂਦੀਆਂ? ਤਾਂ
ਦੇਖੋ, ਇੱਕ ਤਾਂ ਐਨਾਲਿਸਿਸ ਹੈ ਵੀ ਸਿੱਖ ਪੰਚਾਇਤ ਦੇ ਮੈਂਬਰ ਹੋਣ ਕਰਕੇ ਤਾਂ ਨੈਚੁਰਲੀ ਆਪਾਂ ਨੂੰ ਕਵਾਂਗੇ ਵੀ ਓਵਰਆਲ ਬਹੁਤ ਵਧੀਆ ਪਰਫਾਰਮੈਂਸ ਹੈ ਜੀ, ਸਭ ਕੁਝ ਵਧੀਆ ਕਰਦੇ ਆ। ਇੱਕ ਤੁਸੀਂ ਗੁਰਦੁਆਰਾ ਫਰੀਮਾਉਂਟ ਦੇ ਮੈਂਬਰ ਹੋਣ ਦੇ ਨਾਤੇ ਤੁਸੀਂ ਬਾਹਰੋਂ ਖੜ ਕੇ ਦੇਖਦੇ ਹੋ ਵੀ ਕੀ ਐਨਾਲਿਸਿਸ, ਜਿਵੇਂ ਤੁਸੀਂ ਮੈਨੂੰ ਪੁੱਛਿਆ ਜੇ ਟਰੂਥਫੁਲੀ ਸੱਚੇ ਦਿਲੋਂ ਐਨਾਲਿਸਿਸ ਕਰਨਾ ਹੋਵੇ। ਹੁਣ ਜਿਹੜਾ ਕੰਮ ਚੱਲ ਰਿਹਾ ਉਹ ਇਹ ਹੈ ਵੀ ਸਾਰਾ ਪੋਜ਼ਿਟਿਵ ਗੱਲਾਂ, ਚੰਗੀਆਂ ਗੱਲਾਂ ਨੂੰ ਭੁੱਲ ਕੇ ਸਿਰਫ ਮੁੱਦੇ ਹੀ ਜਿਹੜੇ ਕਿ ਬੇਬੁਨਿਆਦ ਆ, ਜਿਨ੍ਹਾਂ ਦੀ ਕੋਈ ਹੈ ਨਹੀਂ ਖਾਸ, ਉਹੀ ਉਭਾਰੇ ਜਾ ਰਿਹਾ। ਕੋਈ ਠੋਸ ਮੁੱਦਾ ਇਹਨਾਂ ਦੇ ਉਲਟ ਮਿਲ ਨਹੀਂ ਰਿਹਾ। ਜਿਹੜੇ ਇਲੈਕਸ਼ਨ ਹੁੰਦੀ ਮੁੱਦਿਆਂ ਦੇ ਆਧਾਰ ਤੇ, ਜੋ ਠੋਸ ਮੁੱਦੇ ਦੀ ਅਣਹੋਂਦ ਕਰਕੇ ਹੁਣ ਜਿਹੜੇ ਮੁੱਦੇ ਆ ਰਹੇ ਉਹ ਸਾਰੇ ਨਿੱਜੀ ਆ ਰਹੇ ਆ। ਕਿਸੇ ਨੂੰ ਪਾਠ ਦਾ ਹੈ, ਕਿਸੇ ਨੂੰ ਬੋਲਣ ਦਾ ਹੈ, ਕਿਸੇ ਨੂੰ ਕੋਈ ਹੋਰ ਹੈ, ਚਿੱਠੀ ਨਹੀਂ ਮਿਲੀ, ਐਦਾਂ ਦੇ ਮੁੱਦੇ ਆ ਉਹਨਾਂ ਦੇ ਉਲਟ ਜੀ। ਸੋ ਇਸ ਕਰਕੇ ਅਸੀਂ ਇਹ ਤਾਂ ਗੱਲ ਬਿਲਕੁਲ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਜਿਹੜੀ ਅਕੰਪਲਿਸ਼ਮੈਂਟਸ ਨੂੰ ਮਿਨੀਮਾਈਜ਼ ਨਹੀਂ ਕਰ ਸਕਦੇ ਜਿਹੜੀਆਂ ਤੁਸੀਂ ਸੁਣੀ ਚੁੱਕੇ ਹੋ ਜੀ। ਹਾਂ, ਮੁੱਦੇ ਇੱਦਾਂ ਦੇ ਆਪਰੇਸ਼ਨਲ ਮੁੱਦੇ ਆ, ਪਾਲਿਸੀ ਮੈਟਰ ਤੇ ਕੋਈ ਮੁੱਦਾ ਵੀ ਹੈ ਨਹੀਂ ਵੀ ਉਹਨਾਂ ਨੇ ਪਾਲਿਸੀ ਦੇ ਤੌਰ ਤੇ ਆ ਗੱਲ ਗਲਤ ਕਰਤੀ ਜੀ। ਹਾਂ, ਉਹ ਜਿਹੜੇ ਦੂਜੇ ਇੰਡੀਵਿਜੂਅਲ ਲੈਵਲ ਤੇ ਆ ਉਹ ਮੇਰੇ ਵੀ ਹੋਣਗੇ, ਹੋ ਸਕਦਾ ਮੈਂ ਵੀ ਇੱਕ ਦੋ ਗੱਲਾਂ ਤੇ ਅਪਸੈਟ ਹੋਇਆ ਜੇ ਮੈਂ ਇੰਡੀਵਿਜੂਅਲੀ ਕੋਈ ਬੰਦਾ ਪੁੱਛ ਲੇ ਜੀ ਜੀ, ਹੈ ਨਾ। ਪਰ ਉਹਨਾਂ ਨੂੰ ਤੁਸੀਂ ਉਹਨਾਂ ਦੇ ਅਗੇਂਸਟ ਨਹੀਂ ਯੂਜ਼ ਕਰ ਸਕਦੇ। ਹਰ ਬੰਦਾ ਇੰਡੀਵਿਜੂਅਲ, ਉਹਦਾ ਆਪਦਾ ਸੁਭਾਅ ਹੈ, ਉਹਦਾ ਕੰਮ ਕਰਨ ਦਾ ਤਰੀਕਾ ਹੈ। ਹਾਂ, ਅਸੀਂ ਇਹ ਮੈਂ ਕਹਿ ਸਕਦਾ ਜੇ ਅਸੀਂ ਓਵਰਆਲ ਜੇ ਮੈਨੂੰ ਕੋਈ ਪੁੱਛੇ ਵੀ ਸਭ ਤੋਂ ਵੀਕ ਪੁਆਇੰਟ ਤੁਹਾਡਾ ਕਿਹੜਾ ਰਿਹਾ ਪੰਚਾਇਤ ਦੀ ਮੈਨੇਜਮੈਂਟ ਦਾ, ਮੈਂ ਕਹੂੰਗਾ ਵੀ ਜਿਵੇਂ ਆਪਾਂ ਇੱਥੇ ਕਸਟਮਰ ਸਰਵਿਸ ਕਹਿੰਦੇ ਆ, ਜਿੱਦਾਂ ਆਪਾਂ ਸੰਗਤ ਨਾਲ ਇੰਟਰੈਕਸ਼ਨ ਜਿਹੜਾ ਸਾਡੀ ਸੁਪਰੀਮ ਕੌਂਸਲ ਦਾ ਘੱਟ ਸੀ ਜੀ, ਹੈ ਨਾ, ਉਹ ਸਾਡਾ ਜ਼ਿਆਦਾ ਚਾਹੀਦਾ। ਸਾਡੀਆਂ ਓਪਨ ਹਾਊਸ ਡਿਸਕਸ਼ਨਸ ਟਾਈਪ ਥੋੜ੍ਹੀਆਂ ਸੰਗਤ ਨਾਲ ਜ਼ਿਆਦਾ ਚਾਹੀਦੀਆਂ ਵੀ ਉਹਨਾਂ ਤੋਂ ਉਹਨਾਂ ਦੇ ਥੋੜ੍ਹਾ ਹੋਰ ਪੁੱਛ ਕੇ ਵੀ ਕੀ ਪ੍ਰੋਬਲਮਸ ਆ ਰਹੀਆਂ, ਹੈ ਨਾ। ਉਹਨਾਂ ਨਾਲ ਸਾਡਾ ਜਿਹੜਾ ਰਾਬਤਾ ਸੰਗਤ ਨਾਲ ਵਧਾਉਣ ਦਾ ਕੰਮ ਜ਼ਿਆਦਾ ਹੋਣਾ ਚਾਹੀਦਾ ਸੀ। ਅਦਰਵਾਈਜ਼ ਆਪਰੇਸ਼ਨਲ ਲੈਵਲ 'ਤੇ ਅਕਾਊਂਟਿੰਗ ਦਾ ਹੋ ਗਿਆ ਜਾਂ ਸਟੇਜ ਦਾ ਹੋ ਗਿਆ ਜਾਂ ਕੰਸਟਰਕਸ਼ਨ ਦਾ ਜਾਂ ਸੋਲਰ ਹੈ ਜਾਂ ਸਕੂਲ ਦਾ, ਉਹ ਸਾਰੇ ਅਬਵ ਐਵਰੇਜ ਤੇ ਬਹੁਤ ਵਧੀਆ ਚੱਲੇ। ਠੀਕ ਹੈ ਜੀ ਜੀ। ਸੋ ਤੁਸੀਂ ਜਿਹੜਾ ਜੀ ਬੇਸਿਕਲੀ ਪੋਜ਼ਿਟਿਵ। ਤੇ ਰਾਮ ਸਿੰਘ ਜੀ, ਜੇ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਨਿਰਪੱਖ ਹੋ ਕੇ ਇਹਦਾ ਐਨਾਲਿਸਿਸ ਜੇ ਦੇਣਾ ਹੋਵੇ ਕਿ ਜਿੱਦਾਂ ਇਹਨਾਂ ਨੇ ਕਿਹਾ ਵੀ ਕੁਛ ਕੁ ਗੱਲਾਂ ਜਿੱਦਾਂ ਵੀ ਗੱਲਬਾਤ ਰਾਬਤਾ ਸੰਗਤ ਦੇ ਨਾਲ ਘੱਟ ਆ, ਤੁਹਾਨੂੰ ਇਸ ਦੇ ਵਿੱਚ ਕੋਈ ਚੀਜ਼ ਲੱਭੀ? ਹਾਂਜੀ, ਮੈਂ ਤਾਂ ਇੱਕ ਬੇਨਤੀ ਕਰਨੀ ਚਾਹਾਂਗਾ ਭਈ ਜਿਸ ਤਰ੍ਹਾਂ ਗੁਰੂ ਵਾਕ ਹੈਗਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਜੀ। ਮੈਂ ਇਹ ਸਮਝਦਾ ਵੀ ਜਿਹੜੇ ਮੁੱਦੇ ਉਠਾਏ ਜਾ ਰਹੇ ਬਹੁਤੇ ਉਹਨਾਂ ਚੋਂ ਜਾਤੀ ਆ ਜੀ। ਮੈਨੂੰ ਜੀ ਸਮਾਂ ਨਹੀਂ ਮਿਲਿਆ, ਮੈਨੂੰ ਜੀ ਪਾਠ ਨਹੀਂ ਕੀਤਾ। ਹੁਣ ਪਾਠ ਵਾਲਾ ਜਿਹੜਾ ਸਿੰਘ ਆ, ਗੁੱਡ ਗਾਏ ਹੈ ਨਾ, ਮੈਂ ਕਹੂੰਗਾ ਭਾਵੇਂ ਦੂਸਰੀ ਸਲੇਟ ਦਾ ਹੈ ਨਾ, ਪੜ੍ਹਿਆ ਲਿਖਿਆ ਹੈਗਾ, ਯੰਗ ਹੈਗਾ। ਤੇ ਹੁਣ ਉਹ ਹਜੇ ਪਿਛਲੇ ਹਫ਼ਤੇ ਉਹਨੇ ਖੁਦ ਮੈਨੂੰ ਕੱਲ੍ਹ ਦੱਸਿਆ ਵੀ ਮੈਂ ਖੁਦ ਇੱਥੇ ਪਹਿਲਾਂ ਦੂਸਰਾ ਆਪਣੇ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਜੀ। ਹੁਣ ਜਿਹੜੀ ਉਹਨਾਂ ਦੀ ਸ਼ਿਕਾਇਤ ਆ ਉਹ ਮੇਰੇ ਖਿਆਲ 'ਚ ਉਹ ਟੈਕਨੀਕਲ ਆ। ਉਹ ਕਹਿੰਦੇ ਜੀ ਮੈਨੂੰ ਨਿਤਨੇਮ ਸਾਹਿਬ ਦਾ ਜਿਹੜਾ ਕਿ ਰੇਡੀਓ 'ਤੇ ਆਉਂਦਾ ਪਾਠ ਨਾ, ਉਹ ਨਹੀਂ ਕਰ ਦਿੱਤਾ। ਹੁਣ ਤੁਸੀਂ ਦੇਖੋ, ਸਾਡੇ ਲਈ ਜੇ ਮੈਂ ਕਮੇਟੀ 'ਚ ਹੋਵਾਂ ਤਾਂ ਇਟਸ ਵੈਰੀ ਸੈਂਸਿਟਿਵ ਇਸ਼ੂ ਜੀ। ਉਹ ਜਿਹੜਾ ਹੈਗਾ ਉਹ ਪ੍ਰੋਫੈਸ਼ਨਲ ਲਈ ਹੈ, ਦੈਟਸ ਵਾਈ ਵੀ ਹੈਵ ਗ੍ਰੰਥੀ ਹਾਂਜੀ। ਤੇ ਉਹ ਦੂਰ ਦੂਰ ਤੱਕ ਜਾਂਦਾ ਤੇ ਲੋਕ ਤੜਕੇ ਉੱਠ ਕੇ ਉਹਨੂੰ ਰੇਡੀਓ 'ਤੇ ਸੁਣਦੇ ਜੀ। ਸੋ ਉਸ ਕਮੇਟੀ ਵੱਲ ਜੇ ਮੈਂ ਹੋਵਾਂ, ਮੈਂ ਕਹੂੰਗਾ ਵੀ ਹੀਅਰ ਵੀ ਡੋਂਟ ਵਾਂਟ ਟੂ ਟੇਕ ਐਨੀ ਚਾਂਸ। ਹੈ ਪਾਠ ਹੀ ਆ, ਉਹ ਵੀ ਪਾਠ ਹੈ, ਉਹ ਵੀ ਪਾਠ ਹੈ, ਉਹ ਵੀ ਗੁਰਬਾਣੀ ਦਾ ਪਾਠ ਹੈ, ਉਹ ਵੀ ਗੁਰਬਾਣੀ ਦਾ ਪਾਠ ਹੈ ਜੀ। ਮੇਰੇ ਖਿਆਲ ਦੇ ਵਿੱਚ ਇਹ ਉਹਨਾਂ ਦੀ ਜਿਹੜੀ ਹੈ ਨਾ, ਉਹ ਸਮਝਦੇ ਆ ਵੀ ਮੇਰੇ ਨਾਲ ਧੱਕਾ ਹੋਇਆ ਵੀ ਉਹ ਗਲਤ ਹੈਗੀ ਨਾ। ਦੂਸਰਾ ਹੁਣ ਦੇਖੋ ਜੀ, ਉਹ ਦੂਸਰੇ ਭਾਈ ਸਾਹਿਬ ਸਾਡੇ ਜਿਹੜੇ ਉਹਨਾਂ ਦਾ ਬਹੁਤਾ ਇਟਸ 2 ਸਾਲ ਕਿ 4 ਸਾਲ ਉਹ ਬਾਹਰ ਰਹੇ ਆ, ਆਪਣੇ ਜੰਡੀ ਸਾਹਿਬ, ਤੇ ਉਹਨਾਂ ਦੀ ਇਹੀ ਸ਼ਿਕਾਇਤ ਰਹੀ ਮੈਨੂੰ ਟਾਈਮ 12 ਮੈਨੂੰ ਪਤਾ ਵੀ 2012 'ਚ ਉਹਨਾਂ ਦੇ ਘਰ ਵੀ ਗਏ। ਉਹਨਾਂ ਬੇਨਤੀ ਕੀਤੀ ਭਾਈ ਸਾਹਿਬ ਆਓ ਤੁਸੀਂ। ਦੇਖੋ ਹੁਣ ਜੇ ਮੈਂ ਹੈ ਨਾ ਕਹਾਂ ਵੀ ਮੈਂ ਕਹੇ ਤੇ ਦੇਖੋ ਇੱਜ਼ਤ ਮਿਲਦੀ ਹੈ ਤੁਹਾਡੇ ਕੰਮਾਂ ਤੇ ਜੀ, ਜਿਹੜੀ ਤੁਹਾਡੀ ਕੁਆਲਿਟੀਜ਼ ਹੈ ਉਹਨਾਂ ਕਰਕੇ ਲੋਕ ਇੱਜ਼ਤ ਕਰਦੇ ਆ। ਹੁਣ ਗੁਰੂ ਘਰ ਵਿੱਚ ਹਰ ਬੰਦਾ ਸਤਿਕਾਰਯੋਗ ਹੈ, ਨਾਟ ਓਨਲੀ ਝੰਡੀ, ਚਾਹੇ ਉਹ ਬੁੱਢਾ ਆ ਚਾਹੇ ਹਰੇਕ ਨੂੰ ਸਤਿਕਾਰ ਮਿਲਦਾ ਹੈ। ਹੁਣ ਤੁਸੀਂ ਮੈਨੂੰ ਇੱਕ ਦੱਸੋ ਵੀ ਮੈਂ ਜੇ ਝੰਡੀ ਦੀ, ਹੁਣ ਆਈ ਕੈਨੋਟ ਸੇ ਕਿ ਮੈਨੂੰ ਰੋਜ਼ ਜਾਂ ਦੂਜੇ ਤੀਜੇ ਜਾਂ ਮਹੀਨੇ 'ਚ ਇੱਕ ਵਾਰੀ ਟਾਈਮ ਮਿਲੇ ਫॉर व्हाट, ਕਿਹੜੀ ਚੀਜ਼ ਹੈ। ਉਹਨਾਂ ਨੇ ਕਥਾ ਆਪਾਂ ਤੁਹਾਨੂੰ ਇੱਕ ਹਫ਼ਤੇ ਬਾਅਦ ਹੁੰਦਾ ਜੀ, ਤੁਹਾਨੂੰ ਵੀ ਪਤਾ ਆਪਾਂ ਸੰਡੇ ਨੂੰ ਹੁੰਦਾ ਮੇਨ ਦਰਬਾਰ, ਇੱਕ ਤਾਂ ਬੁੱਧਵਾਰ ਨੂੰ ਵੀ ਜਾਂਦੇ ਆ, ਪਰ ਬਹੁਤ ਸੰਗਤ ਥੋੜ੍ਹੀ ਹੁੰਦੀ। ਮੇਨ ਜਿਹੜਾ ਬਾਹਰਲੇ ਰਾਗੀ ਆ ਜਿਨ੍ਹਾਂ ਨੇ ਰੇਡੀਓ 'ਤੇ ਸੁਣ ਕੇ ਆਉਣਾ, ਜਿਹਨਾਂ ਅਖਬਾਰ 'ਚ ਪੜ੍ਹ ਕੇ ਆਉਣਾ, ਉਹ ਸੰਡੇ ਨੂੰ ਹੋਣਾ ਜੀ। ਅਤੇ ਉਹਦੇ ਵਿੱਚ ਸਭ ਤੋਂ ਕਮੇਟੀ ਦਾ ਇਹ ਹੈ ਵੀ ਲੋਕ ਕਹਿੰਦੇ ਆ, ਇਹ ਨਹੀਂ ਵੀ ਲੋਕ ਫੀਡਬੈਕ ਨਹੀਂ ਦਿੰਦੇ, ਅਸੀਂ ਕੀਰਤਨ ਸੁਣਨਾ, ਉਸ ਹਿਸਾਬ ਨਾਲ ਫਿਰ ਅਸੀਂ ਐਡਜਸਟ ਕਰਦੇ ਨੇ ਕੀਰਤਨ ਤੇ ਕਥਾ ਢਾਡੀ ਹੋ ਗਏ ਜੀ। ਕਿਤੇ ਕਿਤੇ ਹੋ ਸਕਦਾ ਵੀ ਕੋਈ ਪੰਥਕ ਵਿਚਾਰ ਵਾਲੀ ਗੱਲ ਆ ਜਾਵੇ ਜੀ, ਹੈ ਨਾ। ਜੇ ਤੁਸੀਂ ਲੋਕਲ ਹੋ
ਤੇ ਫਿਰ ਭਾਈ ਸਾਹਿਬ 90 ਤੋਂ ਲੈ ਕੇ ਹੁਣ ਤੱਕ ਲੈਕਚਰ ਹੀ ਕਰਦੇ ਆਏ ਆ। ਤੇ ਹੁਣ ਜੇ ਮੈਂ ਵੀ ਆ ਹੈ ਨਾ, ਇਹ ਵੈਲਿਡ ਨਹੀਂ ਲੱਗਦੀ ਮੈਨੂੰ, ਕਿਉਂਕਿ ਇਹ ਜਾਤੀ ਮਾਮਲਾ ਹੈ। ਜਿਹਦਾ ਤੁਸੀਂ ਦੇਖੋ ਜਿਹੜੀ ਇਲੈਕਸ਼ਨ ਆ, ਇਟਸ ਅਬਾਊਟ ਦਾ ਗੁਰਦੁਆਰਾ, ਇਟਸ ਅਬਾਊਟ ਦਾ ਪੰਥ ਆਪਾਂ ਕਹਿੰਦੇ ਜਿਹੜੇ 15,000 ਸਾਡੇ ਮੈਂਬਰ ਆ ਹਾਂਜੀ, ਉਹਨਾਂ ਦੇ ਬਾਰੇ ਅਸੀਂ ਕੀ ਬਿਹਤਰੀ ਲਿਆ ਸਕਦੇ? ਜਿਹੜੇ ਬੰਦੇ ਆਉਣਗੇ ਉਹ ਕੀ ਨਵੀਂ ਚੀਜ਼ ਕਰਨਗੇ, ਕਿਹੜੀ ਕੁਆਲਿਟੀ ਆ ਜਿਹੜੀ ਉਹ ਲੈ ਕੇ ਆਉਣਾ, ਜੇ ਇਹਨਾਂ ਪ੍ਰਬੰਧ ਬੱਧਾ ਚ। ਹੁਣ ਜੇ ਮੈਂ ਕਹਾਂ ਮੇਰੇ ਨਾਲ ਆ ਨਹੀਂ ਮਿਲਿਆ, ਮੈਨੂੰ ਫਲਾਨਾ, ਜਿੱਦਾਂ ਇਹਨਾਂ ਨੇ ਦੱਸਿਆ ਭਾਈ ਸਾਹਿਬ ਨੇ ਜੀ, ਮੇਰੀ ਸਿਚੁਏਸ਼ਨ ਵੀ ਹੋਈ, ਮੈਂ ਵੀ ਪੰਚਾਇਤ 'ਚ ਹੈਗਾ। nobody, there are so many things I don't like, but I understand this is a collective decision making, right? ਹਾਂਜੀ, ਮੇਰੀ ਗੱਲ ਮੈਨੂੰ ਪਹਿਲਾਂ ਹੀ ਪਤਾ, ਜੇ ਮੈਂ ਗਰਮ ਖਾਵਾਂਗਾ ਤੇ ਇਹਦਾ ਮਤਲਬ ਮੈਨੂੰ ਪਤਾ ਹੋਣਾ, ਮੈਨੂੰ ਪਤਾ ਹੀ ਹੈ ਨਾ ਸਾਨੂੰ, ਜਦੋਂ ਵੀ ਪੁੱਟ ਟੁਗੇਦਰ ਦੇ ਸਿਸਟਮ ਵੀ ਯੂਨੈਨਿਮਸ, ਜਿਹੜਾ ਕਿ ਆਪਣਾ ਪੰਥਕ ਆ, ਜਿਹੜਾ ਕਿ ਆਪਣੀ ਸਰਬਸੰਮਤੀ ਨਾਲ ਫੈਸਲੇ ਹੋਣੇ ਆ। ਤੇ ਜੇ ਹੁਣ ਕੋਈ ਇਸ਼ੂ ਆਉਂਦੀ ਹੈ ਸੁਪਰੀਮ ਕੌਂਸਲ ਕੋ, ਉਹ ਯੂਨੈਨਿਮਸਲੀ ਪਾਸ ਕਰ ਦਿੰਦੇ ਆ। ਪੰਚਾਇਤ ਹੈਜ਼ ਨਥਿੰਗ ਟੂ ਡੂ, ਪੰਚਾਇਤ ਇਜ਼ ਓਨਲੀ ਐਡਵਾਈਜ਼ਰੀ। ਲੋਕ ਪਤਾ ਕੀ ਕਹਿੰਦੇ, ਇਹ ਜੀ ਬੰਦੇ ਹਜੇ ਵੀ ਪਿੱਛੋਂ ਚਲਾਏ ਜਾਂਦੇ ਆ। ਉਹ ਭਾਈ ਉਹ ਤੁਹਾਨੂੰ ਕਹਿੰਦੇ ਸਾਡੇ ਨਾਲ ਆ ਕੇ ਬੈਠੋ, ਤੁਸੀਂ ਵੀ ਚਲਾਓ ਪਿੱਛੋਂ। ਤੁਸੀਂ ਫਿਰ ਕੱਲ ਇਲੈਕਸ਼ਨ ਲੜ ਲਗੇ, ਤੁਸੀਂ ਸਾਡੇ ਨਾਲ ਬਹਿ ਕੇ ਰਾਜੀ ਨਹੀਂ। ਹੁਣ ਘੱਟੋ ਘੱਟ ਅਸੀਂ ਬੈਠੇ ਤਾਂ ਹੈਗੇ ਆ, ਔਰ ਉਹਦੇ ਵਿੱਚ ਵੀ ਇਹ ਆ ਵੀ 2 ਸਾਲਾਂ ਬਾਅਦ ਜਾਂ 4 ਸਾਲਾਂ ਬਾਅਦ ਉਹ ਪੰਚਾਇਤ ਦੇ ਮੈਂਬਰ ਬਦਲੇ ਜਾ ਸਕਦੇ। ਤੇ ਦੂਜਾ ਇਹ ਆ ਵੀ ਪੰਚਾਇਤ ਦੀ ਮੈਂਬਰਸ਼ਿਪ ਓਪਨ ਆ, ਜਿੱਦਾਂ ਹੁਣ ਇਹ ਥੋੜੀ ਵੀ ਹੁਣ ਬੰਦ ਕੀਤਾ ਵੀ ਇੱਥੇ ਕੋਈ ਅੰਦਰ ਨਹੀਂ ਆ ਸਕਦਾ। ਡਿਸਕਸ਼ਨ ਹੁੰਦੀ ਆ, ਬਾਅਦ ਡਿਕਲੇਅਰ ਕੀਤਾ ਜਾਂਦਾ ਵੀ ਪੰਚਾਇਤ ਦੀ ਮੀਟਿੰਗ ਹੈ ਨਾ। ਦੇਖੋ ਆਪਾਂ ਨੂੰ ਕਿਸੇ ਨਾ ਕਿਸੇ ਪਾਸੇ ਆਉਣਾ ਚਾਹੀਦਾ। ਸਾਡੀ ਹਾਲਤ ਬਹੁਤ ਖਰਾਬ ਆ, ਤੁਸੀਂ ਦੇਖਦੇ ਹੀ ਆਏ ਦਿਨ ਸਾਰਿਆਂ ਦਾ, ਜਿਹੜਾ ਬੰਦਾ ਕਦੇ ਵੀ ਗੁਰਦੁਆਰੇ ਨਹੀਂ ਗਿਆ ਉਹਦਾ ਵੀ ਸਿਰ ਨੀਵਾਂ ਹੋ ਜਾਂਦਾ ਜੀ। ਉਹ ਸਾਡੇ ਭਾਵੇਂ 2 ਬੰਦੇ ਕਰਦੇ ਆ, ਭਾਵੇਂ ਉਹ 4 ਕਰਦੇ ਆ, ਪਰ ਸਾਨੂੰ ਸਾਰਿਆਂ ਸਫਰ ਕਰ। ਮੈਂ ਤੁਹਾਨੂੰ ਦੱਸਾਂ, ਇੱਕ ਬਜ਼ੁਰਗ ਨੇ ਮੈਨੂੰ ਕਾਲ ਕੀਤਾ, ਉਹ ਕਹਿੰਦਾ ਤੁਸੀਂ ਜਿਹੜੀ ਇੱਥੇ ਖੇਡ ਆਉਂਦੇ ਆ ਸਾਡੇ ਮੂੰਹ ਤੇ ਮਿੱਟੀ ਪੈਂਦੀ ਹੈ। ਹੁਣ ਦੇਖੋ ਮਿੱਟੀ ਡਾਉਣ ਵਾਲੇ ਕਿੰਨੇ ਚਾਹੀਦੇ ਆ, ਇੱਕ ਬੰਦਾ ਸਾਰਿਆਂ ਦੇ ਮੂੰਹ ਤੇ ਮਿੱਟੀ ਪਾ ਸਕਦਾ। ਸੋ ਸਾਨੂੰ ਸਾਰਿਆਂ ਨੂੰ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਪਛਾਣਨ ਦੀ ਲੋੜ ਆ। ਅਸੀਂ ਹਰੇਕ ਬੰਦੇ ਨੇ, ਕਿਸੇ ਬੰਦੇ ਨੇ ਬਹਿਣ ਦੀ ਲੋੜ ਆ। ਕਦੇ ਨਾ ਕਦੇ ਤਾਂ ਆਪਾਂ ਨੈਕਸਟ ਜਨਰੇਸ਼ਨ ਗੱਲਾਂ ਅਸੀਂ ਕਰੀ ਜਾਂਦੇ, ਵਾਟ ਆਰ ਵੀ ਡੂਇੰਗ ਰੀਅਲੀ, ਹੈ ਨਾ ਜੀ। ਤੇ ਅਗਲਾ ਸਵਾਲ ਜਿਹੜਾ ਮੈਂ ਤੁਹਾਨੂੰ ਜਿਹੜਾ ਜੀ ਪੁੱਛਣਾ ਚਾਹੁੰਦਾ ਜਗਜੀਤ ਸਿੰਘ ਜੀ, ਵੀ ਤੁਸੀਂ ਐਨਾਲਿਸਿਸ ਦੇ ਕੇ ਹਟੇ ਵੀ ਕੁਛ ਨਾ ਕੁਛ ਜਿਹੜਾ ਸੁਧਾਰ ਦੀ ਜਿਹੜੀ ਜ਼ਰੂਰਤ ਆ ਹਮੇਸ਼ਾ ਹੀ ਕਿਸੇ ਨਾ ਕਿਸੇ ਪ੍ਰੋਸੈਸ ਦੇ ਵਿੱਚ ਉਸ ਨੂੰ ਬਿਹਤਰ ਜਿਹੜਾ ਹਮੇਸ਼ਾ ਹੀ ਬਣਾਇਆ ਜਾ ਸਕਦਾ ਆ। ਅਤੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਜਿਹੜਾ ਤੁਹਾਡਾ ਹੁਣ ਤੁਸੀਂ ਕਹਿ ਲਓ ਵੀ ਫਿਊਚਰ ਭਵਿੱਖ ਦੇ ਵਿੱਚ ਤੁਸੀਂ ਕੀ ਵਿਜ਼ਨ ਜਿਹੜਾ ਜੀ ਰੱਖਦੇ ਹੋ? ਇੱਦਾਂ ਦੀਆਂ ਕਿਹੜੀਆਂ ਗੱਲਾਂ ਜਿਹੜੀਆਂ ਆ ਸਿੱਖ ਪੰਚਾਇਤ ਦੀ ਜਿਹੜੀ ਸਲੇਟ ਆਈ ਉਹਨਾਂ ਦੇ ਉਮੀਦਵਾਰੀਆਂ ਹੈ ਐਜ਼ ਏ ਕਲੈਕਟਿਵ ਡਿਸੀਜਨ ਮੇਕਿੰਗ ਜਿਹੜੀ ਤੁਸੀਂ ਸਾਰੇ ਜਾਣੇ ਕਰਦੇ ਹੋ, ਕੀ ਅਜਿਹਾ ਤੁਸੀਂ ਲੈ ਕੇ ਆ ਰਹੇ ਹੋ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ ਤੇ ਜਾਂ ਬਾਕੀ ਜਿਹੜੇ ਉਹ ਨਹੀਂ ਕਹਿ ਰਹੇ? ਦੇਖੋ, ਮੈਂ ਜਿੱਦਾਂ ਹਿਸਟਰੀ ਦਾ ਸਟੂਡੈਂਟ ਹੈ, ਜਿਹੜੇ ਅੱਜ ਕੱਲ੍ਹ ਦਾ ਯੁੱਗ 'ਚ ਨਾ ਜਿਹੜੀ ਟ੍ਰਾਂਜੀਸ਼ਨ ਪੀਰੀਅਡ ਹੈ, ਜਿਹੜੀ ਟ੍ਰੈਡੀਸ਼ਨਲ ਤੌਰ 'ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੱਲਦਾ ਰਿਹਾ, ਜਿੱਦਾਂ ਜਾਂ ਸਿੱਖੀ ਦੇ ਕਈ ਚੱਲਦੇ ਰਹੇ ਆ ਗੱਲਾਂ, ਉਹਦੇ ਨਾਲੋਂ ਹੁਣ ਚੇਂਜ ਹੋ ਰਿਹਾ। ਮੰਨ ਲਓ ਅੱਜ ਤੋਂ ਮੈਨੂੰ ਲੱਗਦਾ 50 ਸਾਲ ਨੂੰ, ਜਿਵੇਂ ਅੱਜ ਵੀਕ 'ਚ ਇੱਕ ਦਿਨ ਪੀਜ਼ਾ ਬਣਦਾ, ਹੋ ਸਕਦਾ ਵੀਕ 'ਚ ਇੱਕ ਦਿਨ ਰੋਟੀ ਬਣਿਆ ਕਰੇ, ਠੀਕ ਹੈ ਨਾ। ਹੌਲੀ ਹੌਲੀ ਚੇਂਜ ਹੋ ਰਿਹਾ ਸਾਡਾ ਫੂਡ। ਸਾਡੇ ਅੱਜ ਜੇ ਕੋਈ ਬੰਦਾ ਸ਼ਾਰਟ ਪਾ ਕੇ ਗੁਰਦੁਆਰੇ ਆ ਜੇ, ਅਸੀਂ ਥੋੜ੍ਹਾ ਜਿਹਾ ਉਹਨੂੰ ਹੋਰ ਤਰ੍ਹਾਂ ਦੇਖਦੇ ਹਾਂ, ਹੋ ਸਕਦਾ ਉਦੋਂ ਨੂੰ ਇਹ ਹੋ ਜਾਵੇ, ਹੈ ਨਾ। ਇਹ ਚੇਂਜ ਹੁੰਦਾ, ਜਿੱਦਾਂ ਆਪਾਂ ਅੱਜ ਤੋਂ 1800 ਦੀ ਤੁਸੀਂ ਫੋਟੋਆਂ ਦੇਖ ਲਓ, ਪੱਗਾਂ ਤੇ ਕੁੜਤੇ ਪਜਾਮੇ ਡਿਫਰੈਂਟ ਅੱਜ ਅਸੀਂ ਹੋ ਰਹੇ ਹਾਂ ਨਾ, ਉਦੋਂ ਪੈਂਟਾਂ ਵਾਲੇ ਨਹੀਂ ਸੀ ਹੁੰਦੇ। ਸੋ ਜਦੋਂ ਅਸੀਂ ਸਮੇਂ ਦੇ ਹਾਣ ਦੇ ਨਾਲ ਚੀਜ਼ ਚੇਂਜ ਕਰਨ ਦੀ ਸਮਰੱਥਾ ਨਹੀਂ ਰੱਖਦੇ, ਉਦੋਂ ਫਿਰ ਇਹ ਕੌਨਫਲਿਕਟ ਵੀ ਹੈ ਤੇ ਪ੍ਰੋਬਲਮ ਵੀ ਹੈ। ਹੁਣ ਜਦੋਂ ਅਸੀਂ ਕਹਿੰਦੇ ਪੜ੍ਹੇ ਲਿਖੇ ਆ, ਮੈਨੂੰ ਇਹ ਲੱਗਦਾ ਵੀ ਜਿਹੜੇ ਪ੍ਰਬੰਧਕ ਆ ਉਹ ਅੱਜ ਦੇ ਯੁੱਗ ਦੇ ਹਾਣੀ ਹੋਣੇ ਚਾਹੀਦੇ ਆ ਜੀ। ਉਹਦੇ 'ਚ ਅੱਜ ਕੱਲ੍ਹ ਦੀ ਟੈਕਨੋਲੋਜੀ ਵੀ ਆਉਣੀ ਹੈ, ਉਹਦੇ 'ਚ ਅੱਜ ਕੱਲ੍ਹ ਦੀ ਤੁਹਾਡੀ ਲੈਂਗੁਏਜ ਵੀ ਆਉਣੀ ਹੈ, ਉਹਦੇ 'ਚ ਤੁਸੀਂ ਬੱਚਿਆਂ ਨੂੰ ਕਿੱਦਾਂ ਡੀਲ ਕਰਨਾ ਉਹ ਵੀ ਆਉਣਾ ਜੀ, ਜਿਹਦੇ 'ਚ ਮੇਰੇ ਸਮੇਤ ਮੈਂ ਸਮਝਦਾ ਅਸੀਂ ਹਾਣੀ ਨਹੀਂ ਉਸ ਗੱਲ ਦੇ। ਅਸੀਂ ਅੱਜ ਦੇ ਯੂਥ ਨੂੰ ਮਤਲਬ ਐਟਲੀਸਟ ਮੈਨੂੰ ਇਹ ਵੀ ਨਹੀਂ ਪਤਾ ਕਰੀਅਰ ਐਜੂਕੇਸ਼ਨ ਉਹਨੂੰ ਕੀ ਦਿੱਤਾ ਜਾਵੇ, ਕੀ ਕਰੇ ਉਹ ਅੱਗੇ ਨੂੰ। ਹਾਲਾਂਕਿ ਮੈਂ ਐਮਫਿਲ ਆ, ਪੜ੍ਹਿਆ ਲਿਖਿਆ ਹੈ ਨਾ, ਪਰ ਅਸੀਂ ਅੱਜ ਕੱਲ੍ਹ ਦੇ ਯੁੱਗ ਦੇ ਹਿਸਾਬ ਨਾਲ ਅਨਪੜ੍ਹ ਹੀ ਹਾਂ। ਸੋ ਮੈਂ ਚਾਹੁੰਦਾ ਵੀ ਜਿਹੜਾ ਗੁਰਦੁਆਰੇ 'ਚ ਪਹਿਲਾ ਕੰਮ ਹੈ, ਜਿਹੜਾ ਕੋਹੈਸਿਵਨੈਸ ਜਿਹੜਾ ਉਹਦਾ ਮਾਹੌਲ ਆ, ਉਹ ਗੁਰਦੁਆਰਾ ਸਾਹਿਬ ਵਾਲਾ ਹੀ ਰਵੇ। ਉਹਦਾ ਜੋ ਸਾਡੇ ਅਸੀਂ ਲੜਾਈਆਂ ਝਗੜੇ ਕੀਤੇ ਜਾਂ ਕੁਛ ਆ, ਇੱਕ ਜਿਹੜਾ ਪੀਸ ਹਾਰਮਨੀ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੈ ਜੀ। ਮੈਂ ਆਪ ਪਹਿਲਾਂ ਜਿਹੜਾ ਸਾਡਾ ਵਿਰੋਧੀ ਹੁੰਦਾ ਸੀ ਨਹੀਂ ਸੀ ਬੁਲਾਉਂਦਾ ਜੀ, ਮੈਂ ਹੁਣ ਅੱਜ ਇੱਕ ਸਿਚੁਏਸ਼ਨ ਹੈ ਮੈਂ ਸਾਰਿਆਂ ਨੂੰ ਹੀ ਬੁਲਾ ਲੈਂਦਾ ਜੀ, ਚਾਹੇ ਕੋਈ ਇਲੈਕਸ਼ਨਾਂ 'ਚ ਖੜਾ ਹੈ, ਚਾਹੇ ਸਾਡੇ ਉਲਟ ਖੜਾ ਹੈ ਨਾ। ਕਿਉਂਕਿ ਜੇ ਮੈਂ ਨਹੀਂ ਬੁਲਾਊਂ, ਸਾਨੂੰ ਜਿਹੜਾ ਵੇਖਦਾ ਸਾਡੇ ਨਾਲ ਦਾ ਮੈਂਬਰ ਉਹ ਵੀ ਨਹੀਂ ਬੁਲਾਊਗਾ, ਉਹਦੇ ਨਾਲ ਹੋਰ ਵੱਧਦਾ। ਸੋ ਜਿਹੜਾ ਓਵਰਆਲ ਉੱਥੇ ਦਾ ਐਟਮੋਸਫੀਅਰ ਹੈ, ਜਿਵੇਂ ਯੰਗਸਟਰ ਨੂੰ ਇਹ ਲੱਗੇ ਵੀ ਉੱਥੇ ਇਸ ਵੇਲੇ ਯੰਗਸਟਰ ਨੂੰ ਲੱਗਦਾ ਵੀ ਸਾਡੇ ਲਈ ਕੁਛ ਵੀ ਹੈ ਨਹੀਂ,
ਨਾ ਦੀਵਾਨ ਹਾਲ 'ਚ ਅਸੀਂ ਕੁਝ ਸੁਣ ਸਕਦੇ ਹਾਂ, ਨਾ ਅਸੀਂ ਕੋਈ ਪ੍ਰੋਜੈਕਟ ਕਰ ਸਕਦੇ ਹਾਂ। ਹੁਣ ਅਸੀਂ ਨਵੇਂ ਇਹਦੇ 'ਚ ਰੱਖਿਆ ਵੀ ਪ੍ਰੋਜੈਕਟ ਕੋ ਫੰਡਿੰਗ ਰੱਖੀ ਆ ਅਗਲੇ ਸਾਡੀ ਮੈਨੀਫੈਸਟੋ 'ਚ, ਹੈ ਨਾ। ਉਹਦਾ ਇਹੀ ਹੈ ਵੀ ਜੇ ਮੰਨ ਲਓ ਐਡ ਦੇਤੀ ਯੂਥ ਨੂੰ ਕਿਹਾ ਜੀ ਤੁਸੀਂ ਪ੍ਰੋਜੈਕਟ ਲੈ ਕੇ ਆਓ, ਕੋਈ ਹੋ ਸਕਦਾ ਡਾਕੂਮੈਂਟਰੀ ਲਿਆਵੇ, ਹੋ ਸਕਦਾ ਕੋਈ ਬੁੱਕ ਦਾ ਪ੍ਰੋਜੈਕਟ ਲੈ ਕੇ ਆ ਜਾਏ, ਹੋ ਸਕਦਾ ਕੋਈ ਇਮੇਜ ਡਿਸਕ੍ਰਿਪਸ਼ਨ ਵਾਲੀ ਕੋਈ ਬੁੱਕ ਲੈ ਕੇ ਆ ਜਾਏ, ਕਾਫੀ ਟੇਬਲ ਬੁੱਕ ਦਾ ਪ੍ਰੋਜੈਕਟ ਲੈ ਕੇ ਆ ਸਕਦੇ ਵੀ ਅਸੀਂ ਮਨੀ ਜਿਹੜੀ ਆ ਉਹ ਮੈਚ ਕਰਾਂਗੇ ਵੀ ਉਹਦਾ 20,000 ਦਾ ਪ੍ਰੋਜੈਕਟ ਹੈ, 10,000 ਉਹ ਇਕੱਠੀ ਕਰੇ, 10,000 ਅਸੀਂ ਕਰਾਂਗੇ, ਹੈ ਨਾ, ਜਿਹੜੇ ਅਪਰੂਵਡ ਪ੍ਰੋਜੈਕਟ। ਹੁਣ ਸਾਨੂੰ ਉਹਨਾਂ ਨੂੰ ਕਿਵੇਂ ਨਾ ਕਿਵੇਂ ਟੂਲ ਲੱਭ ਕੇ ਯੂਥ ਨੂੰ ਗੁਰਦੁਆਰਿਆਂ 'ਚ ਲਿਆਉਣਾ ਪੈਣਾ, ਸਾਨੂੰ ਚੇਂਜ ਕਰਨਾ ਪੈਣਾ। ਸੋ ਅਸੀਂ ਉਹਦੇ ਲਈ ਓਪਨ ਹੈ, ਜਿਵੇਂ ਪਹਿਲਾਂ ਕਿ ਅਸੀਂ ਪਰਫੈਕਟ ਕੋਈ ਵੀ ਨਹੀਂ, ਬੜੀਆਂ ਗਲਤੀਆਂ ਵੀ ਹੋ ਰਹੀਆਂ ਹੁੰਦੀਆਂ, ਪਰ ਜੇ ਅਸੀਂ ਸਾਰੇ ਐਜ਼ ਏ ਕਮਿਊਨਿਟੀ ਇਹਨੂੰ ਇਵੋਲਵ ਕਰੀਏ, ਪੰਚਾਇਤ ਦਾ ਮਸਲਾ ਹੀ ਅਸੀਂ ਵੀ ਤੁਸੀਂ ਵੀ ਸਾਰੇ ਆ ਜਾਓ। ਈਵਨ ਅਸੀਂ ਗਰੇਵਾਲ ਸਾਹਿਬ ਦਾ ਗਰੁੱਪ, ਧਾਮੀ ਸਾਹਿਬ ਦਾ, ਹਰ ਇੱਕ ਬੰਦੇ ਨੂੰ ਆਊਟਰੀਚ ਕੀਤਾ ਵੀ ਤੁਸੀਂ ਆਓ, ਆਪਾਂ ਵਿੱਚ ਬਣ ਕੇ ਪਹਿਲਾਂ ਇਸ਼ੂਜ਼ ਲੱਭੀਏ, ਉਹਨਾਂ ਨੂੰ ਸੋਲਵ ਕਰਨ ਦਾ ਤਰੀਕਾ ਲੱਭੀਏ। ਕਮੇਟੀ ਬਣਾਉਣੀ ਬਹੁਤ ਛੋਟੇ ਇਸ਼ੂ ਹੈ, ਪ੍ਰਬੰਧ 'ਚ ਆਉਣਾ ਬਹੁਤ ਛੋਟਾ ਇਸ਼ੂ ਹੈ। ਕੋਈ ਵੀ ਆ ਜੇ ਮਤਲਬ ਕੋਈ ਏਡੀ ਖਾਸ ਗੱਲ ਨਹੀਂ ਗੀ, ਪਰ ਆਵੇ ਉਹ ਜਿਹਨੂੰ ਪਤਾ ਵੀ ਅੱਗੇ ਲਿਆਉਣਾ ਕੀ ਹੈ, ਪਛਾਣ ਨੂੰ ਨਾ ਲਿਜਾਵੇ। ਸੋ ਮੇਰਾ ਇਹ ਵਿਜ਼ਨ ਹੈ ਵੀ ਸਾਨੂੰ ਸਮੇਂ ਦੇ ਨਾਲ ਨਾਲ ਚੇਂਜ ਹੋਣਾ ਪੈਣਾ, ਤੇ ਪਰ ਚੇਂਜ ਹੋਣ ਦੀ ਕਪੈਸਿਟੀ ਕਿਸੇ ਕਿਸੇ 'ਚ ਹੈ, ਉਸ ਲੈਵਲ ਦਾ ਉਹ ਬੰਦਾ ਉਨੀ ਕੁ ਐਜੂਕੇਸ਼ਨ ਉਹਨੂੰ ਆਉਣੀ ਚਾਹੀਦੀ। ਓਪਨ ਮਾਈਂਡ ਇਕੱਲੇ ਐਜੂਕੇਸ਼ਨ ਨਾਲ ਹੀ ਆਉਂਦਾ, ਹੈ ਨਾ, ਅਦਰਵਾਈਜ਼ ਤੁਸੀਂ ਸਟਕ ਹੋ ਜਿੱਥੇ ਹੈਗੇ ਹੋ। ਸੋ ਤਾਂ ਹੀ ਅਸੀਂ ਜ਼ਿਆਦਾ ਪ੍ਰੋੜਤਾ ਕਰਦੇ ਪੜ੍ਹੇ ਲਿਖੇ ਯੰਗ ਬੰਦੇ ਆਉਣ ਤੇ ਜਿਹੜੇ ਇਹਦੇ ਹੱਲ ਲੱਭਣ। ਜੀ ਜੀ। ਤੇ ਰਾਮ ਸਿੰਘ ਜੀ, ਤੁਸੀਂ ਕੀ ਫਿਊਚਰ ਵਿਜ਼ਨ ਇਸ ਚੀਜ਼ ਦੇ ਲਈ ਤੁਸੀਂ ਦੇਖਦੇ ਹੋ? ਫਿਊਚਰ ਦੇਖੋ ਜੀ, ਸਭ ਤੋਂ ਜ਼ਿਆਦਾ ਤਾਂ ਇਹ ਆ ਦੋ ਚੀਜ਼ਾਂ ਮੈਂ ਮੁੱਖ ਸੋਚਦਾ ਹੈਗਾ ਜੀ। ਇੱਕ ਤਾਂ ਆਪਾਂ ਨੂੰ ਪਤਾ ਹੀ ਹੈ ਆਪਣੀ ਸਾਡੀ ਸਾਰਿਆਂ ਦੀ ਵਾਰੀ ਹੈ, ਜਿਹੜੇ ਅਸੀਂ ਇੰਡੀਆ ਤੋਂ ਫਾਈਨੈਂਸ਼ੀਅਲ ਲਈ ਆਪਣੇ ਸਾਡਾ ਫਿਊਚਰ ਵਧੀਆ ਹੋ ਜਾਊਗਾ। ਹਾਂਜੀ ਜੀ। ਔਖੇ ਸਮੇਂ ਆਏ, ਬੜੀ ਮਿਹਨਤ ਕੀਤੀ ਹੈ, ਇੱਥੇ ਆ ਕੇ ਪੜ੍ਹੇ ਜਾਂ ਜੋ ਕੁਛ ਵੀ ਕੀਤਾ, ਤੇ ਹੁਣ ਸਾਨੂੰ ਇਹੀ ਸੀਗਾ ਵੀ ਸਾਡੀ ਜਿਹੜੇ ਇੱਥੇ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੋਊਗੀ ਵਧੀਆ ਹੋਊਗੀ। ਪਰ ਜੇ ਨੈਕਸਟ ਜਨਰੇਸ਼ਨ ਫਾਈਨੈਂਸ਼ੀਅਲੀ ਤਾਂ ਸਾਊਂਡ ਹੋ ਜਾਂਦੀ ਆ, ਧਰਮ ਵੱਲੋਂ ਉਹਨਾਂ ਦਾ ਦੁਆਲਾ ਨਿਕਲ ਜਾਂਦਾ, ਉਹ ਕੋਈ ਅਚੀਵਮੈਂਟ ਨਹੀਂ ਜੀ। ਇਹ ਸਾਡੇ ਕਿ ਇਹ ਆ ਸਾਡੀ ਪਛਾਣ ਵੀ ਰਵੇ। ਮੇਰੇ ਖਿਆਲ ਸਾਡੇ ਚੋਂ ਸਾਰੀ ਤਾਂ ਨਹੀਂ ਅਸੀਂ ਕਹਿ ਸਕਦੇ, ਕੁਛ ਪਰਸੈਂਟੇਜ ਸਾਡੀ ਕਮਿਊਨਿਟੀ ਦੀ ਆਮ ਰੀਅਲੀ ਪਲੀਜ਼ ਟੂ ਸੀ। ਜਿੱਦਾਂ ਹੁਣ ਆਪਣੇ ਜਿਹੜੇ ਯੰਗ ਜਨਰੇਸ਼ਨ ਆ, ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਜਦੋਂ ਅਸੀਂ ਕੰਮ ਤੇ ਜਾਂਦੇ ਹੁੰਦੇ ਸੀ ਦਾੜੀ ਬੰਨ੍ਹ ਕੇ ਜਾਂਦੇ ਸੀ ਜੀ। ਹੁਣ ਸਾਡੇ ਡਾਇਰੈਕਟਰ ਲੱਗੇ ਹੋਏ ਆ, ਕਿ ਲੋਕ ਮੈਨੇਜਰ ਲੱਗੇ ਹੋਏ ਆ ਸਾਫਟਵੇਅਰ, ਤੇ ਗੋਲ ਪੱਗ ਬੰਨ੍ਹ ਕੇ ਜਾਂਦੇ, ਖੁੱਲੀ ਦਾੜੀ, ਹੈ ਨਾ ਜੀ। ਦੈਟਸ ਅ ਪ੍ਰੋਗਰੈਸ, ਆਈ ਸੀ ਇਟ ਐਜ਼ ਅ ਪ੍ਰੋਗਰੈਸ ਜੀ। ਤੋ ਇੱਕ ਹੋਪ ਹੈਗੀ ਆ। ਬਾਕੀ ਇਹ ਆ ਵੀ ਦੇਖੋ, ਗੁਰੂ ਮਹਾਰਾਜ ਨੇ ਬੜੀ ਕਿਰਪਾ ਹੈ ਨਾ, ਇਸ ਮੁਲਕ 'ਚ ਐਡਵਾਂਸ 'ਚ ਆਪਾਂ ਬੈਠੇ ਆ। ਆਪਾਂ ਨੂੰ ਹਰ ਪਾਸੋਂ ਨੋਟ ਓਨਲੀ ਆਪਣੀ ਨੈਕਸਟ ਜਨਰੇਸ਼ਨ ਬਟ ਸਾਰੀ ਕਮਿਊਨਿਟੀ ਬਾਰੇ ਸੋਚਣਾ ਚਾਹੁੰਦਾ। ਸਾਨੂੰ ਡਰੱਗ ਦੀਆਂ ਪ੍ਰੋਬਲਮਾਂ ਆ, ਸਾਡੇ ਪਿੱਛੇ ਬੁਰੀ ਹਾਲਤ ਹੋ ਰਹੀ ਹੈ, ਸਾਡੇ ਇੱਥੇ ਨਿਆਣੇ ਡਰੱਗਾਂ ਜਾ ਰਹੇ ਆ, ਹੈ ਨਾ, ਉਹ ਗੈਂਗਾਂ ਜਾ ਰਹੇ ਆ। ਸੋ ਵੀ ਸ਼ੁੱਡ ਬੀ ਆਲ, ਸਾਰਿਆਂ ਨੂੰ ਹੰਭਲਾ ਮਨ। ਦੇਖੋ, ਗੱਲਾਂ ਕਰਨਾ ਕੁਛ ਨਹੀਂ ਹੁੰਦਾ, ਯੂ ਹੈਵ ਟੂ ਡੂ ਸਮਥਿੰਗ, ਯੂ ਹੈਵ ਟੂ ਸਟਾਰਟ ਫਰੋਮ ਸਮਵੇਅਰ। ਜੇ ਨਾ ਵੀ ਕੋਈ ਚੀਜ਼ ਪਰਫੈਕਟ ਹੋ ਗਈ, ਇੱਦਾਂ ਨਹੀਂ ਕਦੇ ਵੀ ਨਹੀਂ ਹੁੰਦਾ ਜੀ। ਸੋ ਇਹੀ ਆ ਸਾਡੇ ਭਰਾਵਾਂ ਨੂੰ, ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਤੁਸੀਂ ਮੌਕਾ ਦਿਓ। ਦੇਰ ਵਾਜ਼ ਏ ਟਾਈਮ ਜਿਹਨੇ ਸਾਰੇ ਜਿਹੜੇ ਚੌਧਰੀ ਆ, ਮਤਲਬ ਉਹੀ ਮੈਨੂੰ ਬੜੀ ਹੈਰਾਨੀ ਹੁੰਦੀ 25 ਸਾਲਾਂ ਵਿੱਚ ਸੇਮ ਪੀਪਲ ਆਰ ਰਨਿੰਗ ਅਗੇਨ ਐਂਡ ਅਗੇਨ। ਆਈ ਡੋਂਟ ਨੋ, ਘੱਟੋ ਘੱਟ ਉਹਨਾਂ ਨੂੰ ਕਦੇ ਸਵਾਲ ਉਹਨਾਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ, ਵਟ ਕੈਨ ਆਈ ਆਫਰ, ਨਾਟ ਓਨਲੀ ਟਾਕ ਬਟ ਜਿਹੜੇ ਦੇਅਰ ਐਕਸ਼ਨਸ ਜਿਹੜੇ ਆ ਦੇ ਬਿਟਰੇ, ਮਤਲਬ ਦੇ ਹੈਵ ਨਥਿੰਗ ਟੂ ਆਫਰ। ਆਈ ਮੀਨ ਇਟਸ ਲਾਈਕ ਹੁਣ ਆਪਾਂ ਜਿੱਦਾਂ ਬੁੱਢੇ ਹੋਈ ਜਾਂਦੇ ਆ, ਜਿੱਦਾਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਤੇ ਕੋਈ ਸਿੱਖ ਸਿੰਘ ਜਿਹੜੇ ਗੁਰਮੁਖ ਜਿਹੜੇ ਬੁੱਢੇ ਨਹੀਂ ਹੁੰਦੇ। ਦੈਟਸ ਵਾਟ ਆਵਰ ਵੀ ਸ਼ੁੱਡ ਗਾਈਡ ਦ ਨੈਕਸਟ ਜਨਰੇਸ਼ਨ। ਜੇ ਤੁਹਾਡੇ ਕੋਲ ਕੋਈ ਸਕਿੱਲ ਆ, ਕੋਈ ਚੀਜ਼ ਆ, ਉਹਨੂੰ ਦੱਸੋ, ਉਹਨਾਂ ਨੂੰ ਸਿਖਾਓ। ਸੋ ਅਸੀਂ ਵੀ ਆਰ ਵੈਰੀ ਹੋਪਫੁਲ ਐਂਡ ਵੈਰੀ ਕੌਸ਼ੀਅਸਲੀ ਹੋਪਫੁਲ ਨਾ। ਅਸੀਂ ਇਹ ਚਾਹੁੰਦੇ ਹਾਂ ਵੀ ਇਹੀ ਸਾਡਾ ਭਵਿੱਖ ਆ। ਫਿਰ ਆਪਾਂ ਇਹ ਵੀ ਨਹੀਂ ਲਾਈਨ ਖਿੱਚਣਾ ਚਾਹੁੰਦੇ ਵੀ ਉਹ ਯੂਥ ਆ ਜੀ, ਆ ਫਲਾਨਾ, ਵਿਚ ਵਨ ਇਜ਼ ਬੈਟਰ, ਐਵਰੀਥਿੰਗ, ਹੈ ਨਾ। ਪੂਰਾ ਟਰੀ ਹੁੰਦਾ ਹੈ, ਦਰਖਤ ਦੀ ਜੜ੍ਹਾਂ ਜਾਂ ਹੁਣ ਸਭ ਕੁਛ ਹੋਵੇ ਤਾਂ ਨਾ ਵੀ ਹੋਵੇ। ਸੋ ਅਸੀਂ ਰੀਅਲੀ ਚਾਹੁੰਦੇ ਵੀ ਬ੍ਰਿੰਗ ਦ ਕਮਿਊਨਿਟੀ ਟੂਗੈਦਰ। ਸੋ ਦੈਟਸ ਆਵਰ ਓਵਰ ਗੋਲ। ਆਈ ਥਿੰਕ ਵੀ ਆਰ ਔਨ ਦਾ ਰਾਈਟ ਟਰੈਕ। ਜਿਹੜੇ ਰਿਜ਼ਲਟਸ ਹੈਗੇ ਪਿਛਲੇ 2 ਸਾਲ 4 ਸਾਲਾਂ 12 ਤੋਂ ਲੈ ਕੇ 16 ਤੱਕ, ਦੇ ਆਰ ਵੈਰੀ ਇਨਕਰੇਜਿੰਗ। ਠੀਕ ਹੈ। ਸੋ ਵੀ ਲੁੱਕ ਫਾਰਵਰਡ ਟੂ ਦ ਫਿਊਚਰ ਵਿਦ ਹੋਪ ਜੀ। ਠੀਕ ਹੈ ਜੀ। ਤੇ ਬਹੁਤ ਬਹੁਤ ਤੁਹਾਡਾ ਜਿਹੜਾ ਜੀ ਅਸੀਂ ਅੱਜ ਧੰਨਵਾਦ ਕਰਦੇ ਹਾਂ। ਸਮਾਂ ਜਿਹੜਾ ਜੀ ਹੋਰ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ। ਆਉਂਦੇ ਸਮੇਂ ਦੇ ਵਿੱਚ ਹੋਰ ਵੀ ਗੱਲਾਂ ਬਾਤਾਂ, ਹੋਰ ਵਿਚਾਰਾਂ ਦੇ ਨਾਲ ਜਿਹੜੇ ਜੇ ਆਪਾਂ ਸਰੋਤਿਆਂ ਦੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਤੁਹਾਡਾ ਭਾਈ ਰਾਮ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਰੋਤਿਓ, ਸਾਡਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆ ਹੁਣ ਇੱਥੇ ਹੀ ਜਿਹੜਾ ਸਮਾਪਤ ਹੁੰਦਾ ਆ। ਤੇ ਸਰੋਤਿਓ, ਹੁਣ ਇੱਥੇ ਜਿਹੜਾ ਮੈਂ ਵੀ ਆਪ ਸਭ